ਜੀ ਵੈਲਕਮ ਬੈਕ ਦੋਸਤੋ, ਤੁਸੀਂ ਸੁਣ ਰਹੇ ਹੋ ਰੇਡੀਓ ਪੰਜਾਬ, ਆਪਣੀ ਹੋਸਟ ਆਪਣੀ ਦੋਸਤ ਕਮਲ ਔਸ਼ਰਾ ਦੇ ਨਾਲ। ਪ੍ਰੋਗਰਾਮ ਦਾ ਇਹ ਸੈਗਮੈਂਟ ਏਕਤਾ TV ਲਾਈਵ ਹੋਏਗਾ, YouTube ਲਾਈਵ ਹੋਏਗਾ, ਕਿਉਂਕਿ ਸਾਡੇ ਨਾਲ ਇਸ ਵਕਤ ਗੈਸਟ ਜੁੜੇ ਹੋਏ ਨੇ ਗੈਰੀ ਥਿੰਦ ਜੀ, ਜੋ ਕਿ ਫਲੀਟਵੁੱਡ ਤੋਂ MLA ਦੇ ਲਈ ਕੈਂਡੀਡੇਟ ਇਸ ਵਕਤ ਖੜੇ ਨੇ। ਗੈਰੀ ਥਿੰਦ ਜੀ ਸਕੂਲ ਬੋਰਡ ਦੇ ਟਰਸਟੀ ਵੀ ਨੇ ਕੁਛ ਇੱਕ ਸਾਲਾਂ ਤੋਂ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਲਿਬਰਲ ਪਾਰਟੀ ਦੇ ਕੀ ਵਿਚਾਰ ਨੇ, ਕੀ ਲੋਕਾਂ ਦੇ ਲਈ ਕਰਨਗੇ ਅਤੇ ਕੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕੀਤਾ ਆ। ਜਿਹੜੀ BC ਦੀ ਸਰੀ ਦੀ ਜਨਤਾ ਹੈ ਖਾਸ ਕਰਕੇ, ਕਿਉਂਕਿ ਅਸੀਂ ਸਰੀ 'ਤੇ ਕੇਂਦਰਿਤ ਰਹਾਂਗੇ, ਕਿਉਂਕਿ ਸਰੀ ਫਲੀਟਵੁੱਡ ਏਰੀਆ ਤੋਂ ਖੜੇ ਨੇ। ਲਓ ਜੀ, ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗੈਰੀ ਭਾਜੀ, ਬਹੁਤ ਬਹੁਤ ਤੁਹਾਡਾ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਕਮਲ ਭੈਣ ਜੀ, ਤੁਹਾਡੇ ਰੇਡੀਓ ਪੰਜਾਬ ਦੇ ਸਾਰੇ ਲਿਸਨਰਸ ਨੂੰ, ਏਕਤਾ TV ਦੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਵੈਲਕਮ ਤੁਹਾਡਾ। ਗੈਰੀ ਭਾਜੀ, ਸਭ ਤੋਂ ਪਹਿਲਾਂ ਤਾਂ ਮੇਰਾ ਕੁਐਸਚਨ ਇਹ ਹੋਏਗਾ ਕਿ ਤੁਸੀਂ, ਕਿਉਂਕਿ ਇੱਕ ਤਾਂ ਇਲੈਕਸ਼ਨ ਦੇ ਵਿੱਚ ਹੁਣ ਲਿਬਰਲ ਵੱਲੋਂ ਖੜੇ ਹੋ, ਤੁਹਾਡਾ ਫਸਟ ਟਾਈਮ ਆ, ਤੁਸੀਂ ਵੈਸੇ ਸਕੂਲ ਬੋਰਡ ਦੇ ਟਰਸਟੀ ਹੋ। ਸੋ ਸਭ ਤੋਂ ਪਹਿਲਾਂ ਤਾਂ ਮੇਰਾ ਇਹੀ ਕੁਐਸਚਨ ਹੋਏਗਾ ਕਿ ਸਕੂਲਾਂ ਦੇ ਬਾਰੇ, ਕਿਉਂਕਿ ਤੁਸੀਂ ਸਕੂਲ ਬੋਰਡ ਦੇ ਟਰਸਟੀ ਹੋਣ ਦੇ ਨਾਤੇ ਕਾਫੀ ਸਮੇਂ ਤੋਂ ਜਾਣਦੇ ਹੋ ਕਿ ਸਕੂਲਾਂ ਦੀਆਂ ਪ੍ਰੋਬਲਮਸ ਕੀ ਨੇ। ਸਕੂਲਾਂ ਦੇ ਵਿੱਚ ਜਿਹੜੀ ਗੈਂਗ ਵਾਇਲੈਂਸ ਹੁੰਦੀ ਆ, ਸਕੂਲਾਂ ਦੇ ਵਿੱਚ ਜਿਹੜੀ ਇਸ਼ੂਜ਼ ਆ ਰਹੀਆਂ ਆ, ਬਹੁਤ ਸਾਰੀਆਂ ਇਸ਼ੂਜ਼ ਆ ਰਹੀਆਂ। ਅਗਰ ਅਸੀਂ ਉਹਨਾਂ ਨੂੰ ਦੇਖ ਲਈਏ ਕਿ ਭਾਵੇਂ ਉਹ ਹੈਗੇ ਨੇ, ਪੋਰਟੇਬਲਸ ਦੀ ਪ੍ਰੋਬਲਮ ਹੈਗੀ ਆ, ਜਾਂ ਫਿਰ ਓਵਰ ਕਰਾਊਡਡ ਕਲਾਸਿਸ ਹੈਗੀਆਂ, ਇਹੋ ਜਿਹੇ ਮੁੱਦੇ ਨੇ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਸਕੂਲਾਂ ਦੀਆਂ ਪ੍ਰੋਬਲਮਸ ਨੂੰ ਜਾਣਦੇ ਹੋਏ ਸੁਧਾਰ ਦੇ ਲਈ ਕੀ ਕਦਮ ਚੁੱਕੋਗੇ? ਦੇਖੋ ਭੈਣ ਜੀ, ਤੁਸੀਂ ਜਿਹੜਾ ਸਾਰਿਆਂ ਨਾਲੋਂ ਮੇਰਾ ਸੈਂਸਿਟਿਵ ਇਸ਼ੂ ਆ ਉਹਨੂੰ ਉੱਥੋਂ ਹੀ ਸ਼ੁਰੂਆਤ ਕੀਤੀ ਹੈ। ਆਈ ਐਮ ਵੈਰੀ ਹੈਪੀ, ਕਿਉਂਕਿ ਮੇਰਾ ਸਕੂਲ ਬੋਰਡ ਤੋਂ ਉੱਠ ਕੇ ਪ੍ਰੋਵਿੰਸ਼ੀਅਲ ਗਵਰਨਮੈਂਟ ਵਿੱਚ ਜਾਣ ਦਾ ਸਿਰਫ ਇੱਕੋ ਹੀ ਮਕਸਦ ਹੈ। ਉਹ ਇਹ ਹੈਗਾ ਕਿ ਮੈਂ ਪਿਛਲੇ 6 ਸਾਲਾਂ ਦੇ ਵਿੱਚ ਸਰੀ ਸਕੂਲ ਬੋਰਡ ਦੇ ਟਰਸਟੀ ਵਜੋਂ ਇੱਥੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਜਿਹੜੇ ਸਰੀ ਦੇ ਜੋ ਇਸ਼ੂਜ਼ ਹੈਗੇ ਆਪਣੇ ਸਕੂਲਾਂ ਨਾਲ ਰਿਲੇਟਿਡ, ਸਪੈਸ਼ਲੀ ਚਾਹੇ ਉਹ ਆਪਾਂ ਪੋਰਟੇਬਲਸ ਦੀ ਗੱਲ ਕਰੀਏ, ਚਾਹੇ ਆਪਾਂ ਗੱਲ ਕਰੀਏ ਅੰਡਰ ਫੰਡਿੰਗ ਫॉर ਸਪੈਸ਼ਲ ਨੀਡ ਕਿਡਸ, ਚਾਹੇ ਆਪਾਂ ਗੱਲ ਕਰੀਏ ਨਾਟ ਇਨਫ ਆਵਰਸ ਫॉर ਸਪੈਸ਼ਲ ਨੀਡ ਕਿਡਸ ਫॉर EAs, ਜਾਂ ਆਪਾਂ ਸਟਾਫ ਦੀ ਸ਼ਾਰਟੇਜ ਦੀ ਗੱਲ ਕਰੀਏ, ਜਾਂ ਟੀਚਰਸ ਦੀ ਸੈਲਰੀਜ਼ ਦੀ ਗੱਲ ਕਰੀਏ, ਜਾਂ ਟੀਚਰਸ ਦੇ ਬੈਨੀਫਿਟਸ ਦੀ ਗੱਲ ਕਰੀਏ, ਜਾਂ ਆਪਾਂ ਸਕੂਲਸ ਦੀ ਸੇਫਟੀ ਐਂਡ ਗਾਈਡਲਾਈਨਸ ਜਾਂ ਉਹਨਾਂ ਨੂੰ ਡਰੱਗਸ ਐਂਡ ਵਾਇਲੈਂਸ ਉਸ ਦੀ ਗੱਲ ਕਰੀਏ। ਇਹ ਸਾਰੇ ਜਿਹੜੇ ਇਸ਼ੂਜ਼ ਹੈਗੇ ਆ, ਮੈਂ ਇਹਨਾਂ ਤੋਂ ਬਹੁਤ ਹੀ ਜ਼ਿਆਦਾ ਚਿੰਤਿਤ ਹੈਗਾ ਸੀਗਾ। ਔਰ ਮੇਰਾ ਸਕੂਲ ਬੋਰਡ ਤੋਂ ਉੱਠ ਕੇ ਪ੍ਰੋਵਿੰਸ਼ੀਅਲ ਗਵਰਨਮੈਂਟ ਵਿੱਚ ਜਾਣ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਮੈਂ ਕੋਈ ਇਸ ਸਿਸਟਮ ਦੇ ਵਿੱਚ ਸੁਧਾਰ ਲਿਆਉਣਾ ਚਾਹੁੰਦਾ ਜੀ। ਕਈ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਤੁਸੀਂ ਇੱਥੇ ਐਜ਼ ਅ ਸਕੂਲ ਬੋਰਡ ਟਰਸਟੀ ਬੈਠ ਕੇ ਨਹੀਂ ਕਰ ਸਕਦੇ, ਸਪੈਸ਼ਲੀ ਵੈਨ ਇਟ ਕਮਸ ਟੂ ਫੰਡਿੰਗ। ਕਿਉਂਕਿ ਜਿਹੜੀ ਫੰਡਿੰਗ ਹੈਗੀ ਆ, ਚਾਹੇ ਉਹ ਕੈਪੀਟਲ ਗ੍ਰਾਂਟ ਹੈ, ਚਾਹੇ ਉਹ ਆਪਰੇਸ਼ਨਲ ਗ੍ਰਾਂਟ ਹੈ, ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਮੈਜੋਰਿਟੀ ਆਫ ਦਾ ਪੋਰਸ਼ਨ ਜਿਹੜਾ ਆਉਂਦਾ ਹੈਗਾ। ਕੁਛ ਥੋੜਾ ਜਿਹਾ ਚੰਕ ਹੈਗਾ ਜਿਹੜਾ ਫੈਡਰਲ ਗਵਰਨਮੈਂਟ ਸਾਨੂੰ ਦਿੰਦੀ ਆ, ਪਰ ਮੈਜੋਰਿਟੀ ਆਫ ਦਾ ਪੋਰਸ਼ਨ ਜਿਹੜਾ ਅਬਾਊਟ 95-98% ਜਿਹੜਾ ਪ੍ਰੋਵਿੰਸ਼ੀਅਲ ਸੂਬਾ ਸਰਕਾਰ ਵੱਲੋਂ ਆਉਂਦਾ ਹੈਗਾ। ਸੋ ਮੇਰੀ ਇਹੀ ਹੈ ਜੀ ਕੋਸ਼ਿਸ਼ ਕਿ ਮੈਂ ਆਪ ਉੱਥੇ ਜਾ ਕੇ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਹਿੱਸਾ ਬਣਾ। ਅਗੇਨ ਇਹ ਤਾਂ ਡਿਪੈਂਡ ਕਰਦਾ ਹੈਗਾ ਸਰੀ ਫਲੀਟਵੁੱਡ ਦੇ ਵਸਨੀਕਾਂ ਦੇ ਉੱਤੇ ਕਿ ਉਹ ਮੈਨੂੰ ਇਸ ਕਾਬਿਲ ਸਮਝਦੇ ਆ ਕਿ ਨਹੀਂ ਸਮਝਦੇ। ਪਰ ਮੇਰੀ ਦਿਲੀ ਖਾਹਿਸ਼ ਇਹੀ ਹੈ ਕਿ ਜੇ ਮੈਂ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚ ਜਾਣਾ ਹੈਗਾ ਸਰੀ ਫਲੀਟਵੁੱਡ ਤੋਂ BC ਲਿਬਰਲ ਦਾ ਨੁਮਾਇੰਦਾ ਬਣ ਕੇ, ਤੇ ਸਾਡੀ ਜਿਹੜੀ ਸਰਕਾਰ ਉਹ ਫੁੱਲ ਮੈਜੋਰਿਟੀ ਗਵਰਨਮੈਂਟ ਦੇ ਵਿੱਚ ਆਉਂਦੀ ਹੈਗੀ ਆ, ਤਾਂ ਮੈਂ ਕੁਛ ਕੁ ਜਿਹੜੇ ਮੁੱਦੇ ਹੈਗੇ ਆ, ਸਪੈਸ਼ਲੀ ਜਿਹੜਾ ਪੋਰਟੇਬਲਸ ਨੂੰ ਲੈ ਕੇ, ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਵੇ ਸਰੀ ਦੇ ਵਿੱਚ ਇਸ ਟਾਈਮ ਜਿਹੜੇ ਪੋਰਟੇਬਲਸ ਦੀ ਗਿਣਤੀ ਆ ਉਹ 379 ਪੋਰਟੇਬਲਸ ਤੱਕ ਪਹੁੰਚ ਗਈ ਆ। ਤੇ ਮੈਨੂੰ ਕਹਿੰਦੇ ਆ ਇਹ ਬੜਾ ਅਫਸੋਸ ਹੁੰਦਾ, ਜਦੋਂ ਇਹ ਪਿਛਲੀ ਵਾਰੀ NDP ਸਰਕਾਰ ਆਈ ਹੈਗੀ ਆ, ਇਹਨਾਂ ਦੇ ਹਰੇਕ ਨੁਮਾਇੰਦੇ ਨੇ ਸਣੇ ਮਾਨਯੋਗ ਜੌਨ ਹੋਰਗਨ ਸਾਹਿਬ, ਉਹਨਾਂ ਨੇ ਹਰੇਕ ਮੀਡੀਆ ਆਊਟਲੈਟ ਦੇ ਉੱਤੇ, ਹਰੇਕ ਪ੍ਰੈਸ ਕਾਨਫਰੰਸ ਦੇ ਉੱਤੇ, ਹਰੇਕ ਡਿਬੇਟ ਦੇ ਉੱਤੇ ਹੱਥ ਚੱਕ ਕੇ ਕਿਹਾ ਹੈਗਾ ਕਿ ਅਸੀਂ ਸਰੀ ਦੇ ਵਿੱਚੋਂ ਅਗਲੇ 2 ਸਾਲਾਂ ਦੇ ਵਿੱਚ ਪੋਰਟੇਬਲ ਜਿਹੜੇ 50% ਘੱਟ ਕਰ ਦਿਆਂਗੇ, ਤੇ ਅਗਲੇ 4 ਸਾਲਾਂ ਦੇ ਵਿੱਚ ਅਸੀਂ ਪੋਰਟੇਬਲ ਸਰੀ ਦੇ ਵਿੱਚੋਂ ਬਿਲਕੁਲ ਖਤਮ ਕਰ ਦਿਆਂਗੇ। ਅੱਜ ਦੀ ਰਿਐਲਿਟੀ ਇਹ ਹੈ ਵੀ 3 ਸਾਲ ਇਸ ਸਰਕਾਰ ਨੂੰ ਬਣੀ ਨੂੰ ਹੋ ਗਏ, 3 ਸਾਲਾਂ ਦੇ ਵਿੱਚ ਸਰੀ ਦੇ ਵਿੱਚ 102 ਪੋਰਟੇਬਲ ਐਡ ਹੋਏ ਆ ਜੀ ਟੋਟਲ ਨੰਬਰ ਦੇ ਵਿੱਚ, ਜਿਹੜੇ ਕਿ 2017 ਦੇ ਵਿੱਚ ਸੀਗੇ ਤੇ ਜਿਹੜੇ ਅੱਜ ਹੈਗੇ ਆ। ਸੋ ਮੈਨੂੰ ਇਹ ਕਿਤੇ ਨਾ ਕਿਤੇ ਇਹ ਲੱਗਿਆ ਵੀ ਸਿਰਫ ਉਦੋਂ ਇਹ ਵੋਟਾਂ ਨੂੰ ਗ੍ਰੈਬ ਕਰਨ ਦੇ ਚੱਕਰ ਦੇ ਵਿੱਚ ਅਨਾਉਂਸਮੈਂਟ ਤਾਂ ਇਹਨਾਂ ਨੇ ਕਰਤੀ, ਪਰ ਉਹਦੇ ਉੱਤੇ ਪੂਰੇ ਜਿਹੜੇ ਖਰੇ ਉਤਰੇ ਨਹੀਂ ਗਏ।
ਮੇਰਾ ਵਾਅਦਾ ਸਰੀ ਦੇ ਰੈਜ਼ੀਡੈਂਟਸ ਨੂੰ ਇਹ ਆ, ਇਹ ਜਿਹੜਾ ਵਾਅਦਾ ਸੀਗਾ ਇਹਨਾਂ ਦਾ ਵੀ ਅਸੀਂ ਇਹ ਖਤਮ ਕਰ ਦਿਆਂਗੇ, ਉਹ ਤਾਂ ਹੀ ਮੁਮਕਿਨ ਸੀਗਾ ਜੇ ਸਰੀ ਨੂੰ 1.2 ਬਿਲੀਅਨ ਡਾਲਰ ਦੀ ਅਨਾਉਂਸਮੈਂਟ ਜਿਹੜੀ ਰਾਈਟ ਵੇ ਕਰਦੇ ਜਿੱਦਾਂ ਹੀ ਇਹ ਸਰਕਾਰ ਬਣੀ ਸੀਗੀ, ਔਰ ਇਹ ਉਦੋਂ ਕਰ ਵੀ ਸਕਦੇ ਸੀਗੇ ਕਿ ਕੋਈ 2.8 ਬਿਲੀਅਨ ਡਾਲਰ ਸਰਪਲਸ ਦੇ ਵਿੱਚ ਪਿਆ ਸੀ ਉਦੋਂ ਸੂਬਾ ਸਰਕਾਰ ਕੋਲੇ, ਪਰ ਇਹਨਾਂ ਨੇ ਕੀਤੀ ਨਹੀਂ। ਹੌਲੀ ਹੌਲੀ ਜਿਹੜਾ ਉਹ ਮਾੜਾ ਮਾੜਾ, ਜਿਵੇਂ ਪਹਿਲੀ ਗੱਲ ਤਾਂ ਜਿਹੜਾ 100 ਮਿਲੀਅਨ ਡਾਲਰ BC ਲਿਬਰਲ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਇਹਨਾਂ ਨੇ ਉਹ ਕੈਂਸਲ ਕਰਕੇ ਉਹ ਸਾਰਾ ਦੁਬਾਰਾ ਰੀ ਅਨਾਉਂਸ ਕੀਤਾ। ਉਹ ਵੀ ਹੁਣ ਜਿਹੜਾ 403 ਮਿਲੀਅਨ ਡਾਲਰ ਟੋਟਲ ਗਿਣਾ ਰਹੇ ਆ, ਉਹਦੇ ਵਿੱਚੋਂ 100 ਮਿਲੀਅਨ ਡਾਲਰ ਦੀ ਜਿਹੜੀ ਅਨਾਉਂਸਮੈਂਟ ਆ BC ਲਿਬਰਲ ਸਰਕਾਰ ਨੇ ਕੀਤੀ ਸੀ, ਉਹਨੂੰ ਸਾਰੇ ਪ੍ਰੋਜੈਕਟਸ ਨੂੰ ਕੈਂਸਲ ਕਰਕੇ ਇਹਨਾਂ ਨੇ ਸਾਰੇ ਦੁਬਾਰਾ ਫਿਰ ਰੀ ਅਨਾਉਂਸ ਕੀਤੇ, ਜਿਹੜਾ ਕਿ ਇਹ ਹਿਸਟੋਰੀਕਲੀ ਕਰਦੇ ਆਏ ਹੈਗੇ ਆ। ਕ੍ਰੈਡਿਟ ਲੈਣ ਦੇ ਮਾਰੇ ਜਾਂ ਕੋਈ ਦੂਜੀ ਪਾਰਟੀ ਨੂੰ ਕਿਤੇ ਕ੍ਰੈਡਿਟ ਨਾ ਮਿਲ ਜੇ, ਉਹ ਡਿਸੀਜਨ ਦੇ ਵਿੱਚ ਕਈ ਵਾਰੀ ਬਹੁਤ ਹੀ ਰੋਂਗ ਡਿਸੀਜਨ ਵੀ ਬਣਾ ਲੈਂਦੀ ਸਰਕਾਰ। ਜਿਵੇਂ ਕਿ ਮੈਸੀ ਟਨਲ ਦੀ ਆਪਾਂ ਗੱਲ ਕਰੀਏ, ਮੈਸੀ ਟਨਲ ਦੇ ਉੱਤੇ 10 ਲੇਨ ਦਾ ਬ੍ਰਿਜ ਬਣਨਾ ਸੀਗਾ ਜੀ, BC ਲਿਬਰਲ ਸਰਕਾਰ ਦਾ ਇਹ ਇਨੀਸ਼ੀਏਟਿਵ ਸੀਗਾ। ਉਹ ਬ੍ਰਿਜ ਨਾਲ ਸਰੀ, ਡੈਲਟਾ, ਰਿਚਮੰਡ, ਵੈਨਕੂਵਰ ਸਾਰੇ ਹੀ ਜਿਹੜੇ ਸਿਟੀਜ਼ ਨੂੰ ਫਾਇਦਾ ਹੋਣ ਵਾਲਾ ਸੀਗਾ, ਸਿਰਫ ਨਾ ਕਿ ਇੱਕ ਕਿਸੇ ਪਾਰਟਿਕੂਲਰ ਗਰੁੱਪ ਨੂੰ ਫਾਇਦਾ ਹੋਣਾ ਸੀਗਾ। ਇਹਨਾਂ ਨੇ ਆ ਕੇ ਜੀ ਵੀ ਕਿਤੇ ਇਹ ਜੇ ਬ੍ਰਿਜ ਅਗਾਂਹ ਵੱਧ ਗਿਆ ਤੇ ਲਿਬਰਲ ਸਰਕਾਰ ਦੀ ਤਾਂ ਵਾਹ ਹੋ ਜੂਗੀ, ਇਹਨਾਂ ਨੇ ਆ ਕੇ ਜੀ ਉਹ ਬ੍ਰਿਜ ਤੇ ਕਾਂਟਾ ਮਾਰ ਕੇ ਉਹਨੂੰ ਦੁਬਾਰਾ ਟਨਲ ਦੇ ਵਿੱਚ ਕਨਵਰਟ ਕਰਤਾ, ਸਿਰਫ ਇਹ ਬਹਾਨਾ ਮਾਰ ਕੇ ਕਿ ਵੀ ਇਹ ਟੋਲ ਬ੍ਰਿਜ ਬਣਾਉਣਾ ਚਾਹੁੰਦੇ ਸੀਗੇ। ਸੋ ਟੋਲਸ ਤਾਂ ਤੁਸੀਂ ਪਹਿਲਾਂ ਹੀ ਮਾਫ ਕਰਤੀਆਂ ਸੀਗੀਆਂ, ਫਿਰ ਦੁਬਾਰਾ ਟੋਲ ਬ੍ਰਿਜ ਤਾਂ ਬਣਨਾ ਹੀ ਨਹੀਂ ਸੀਗਾ। ਤੇ ਨਾ ਹੀ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਬ੍ਰਿਜ ਦੀ ਦੁਬਾਰਾ ਸਾਡੇ ਮਾਨਯੋਗ ਜਿਹੜੇ ਮਿਸਟਰ ਐਂਡਰਿਊ ਵਿਲਕਨਸਨ ਹੈਗੇ ਆ, ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈਗੀ ਆ, ਬ੍ਰਿਜ ਦੁਬਾਰਾ ਬਣੇਗਾ, 10 ਲੇਨ ਬ੍ਰਿਜ ਹੀ ਬਣੇਗਾ, ਵਿਦਆਊਟ ਟੋਲ ਬਣੇਗਾ। ਜਿੱਦਾਂ ਹੀ ਸਾਡੀ ਮੈਜੋਰਟੀ ਗਵਰਨਮੈਂਟ ਆਂਦੀ ਆ, ਅਸੀਂ ਉਹ ਜਿਹੜੀ ਇਹਦੀ ਕੰਸਟਰਕਸ਼ਨ ਰਾਈਟ ਵੇ ਸਟਾਰਟ ਕਰਨੀ ਹੈਗੀ ਹੈ ਜੀ। ਮੈਂ ਲੱਗਦਾ ਮੁੱਦੇ ਤੋਂ ਫੇਰ ਕਾਫੀ ਪਾਸੇ ਹੋ ਗਿਆ, ਕਿਉਂਕਿ ਤੁਸੀਂ ਕੁਐਸਚਨ ਤਾਂ ਕੀਤਾ ਸੀਗਾ ਸਕੂਲਾਂ ਬਾਰੇ। ਸੋ ਆਲ ਗੋ ਬੈਕ ਟੂ ਸਕੂਲਸ ਅਗੇਨ। ਜਿਹੜੀ ਸੂਬਾ ਸਰਕਾਰ ਵੱਲੋਂ ਸਾਨੂੰ ਆਪਰੇਸ਼ਨਲ ਜਿਹੜੀ ਗ੍ਰਾਂਟ ਮਿਲਦੀ ਹੈਗੀ ਆ, ਤਕਰੀਬਨ 800 ਮਿਲੀਅਨ ਡਾਲਰ ਦਾ ਸਰੀ ਸਕੂਲ ਬੋਰਡ ਦਾ ਬਜਟ ਹੈਗਾ। ਉਹਦੇ ਵਿੱਚੋਂ ਜਿਹੜੀ ਸਾਡੀ ਆਪਰੇਸ਼ਨਲ ਗ੍ਰਾਂਟ ਆ, ਉਹਦੇ ਵਿੱਚੋਂ ਮੈਜੋਰਟੀ ਪੋਰਸ਼ਨ ਜਿਹੜਾ ਟੀਚਰਸ ਦੀ ਜਾਂ ਸਟਾਫ ਦੀ ਸੈਲਰੀਜ਼ ਤੇ ਬੈਨੀਫਿਟਸ ਦੇ ਵਿੱਚ ਨਿਕਲ ਜਾਂਦਾ, ਆਲਮੋਸਟ 85%। ਬਾਕੀ ਜਿਹੜਾ 15% ਬਚਦਾ ਹੈਗਾ, ਉਹਦੇ ਨਾਲ ਅਸੀਂ ਜੋ ਵੀ ਸਾਡੇ ਫੈਸਿਲਿਟੀਜ਼ ਡਿਪਾਰਟਮੈਂਟ ਹੈਗੇ ਆ, ਉਹਨਾਂ ਦੀਆਂ ਸਪਲਾਈਜ਼ ਹੋ ਗਈਆਂ ਜਾਂ ਕੋਈ ਸਾਡੇ ਅਸੀਂ ਕੋਈ ਫੈਸਿਲਿਟੀਜ਼ ਰੈਂਟ ਕਰ ਰਹੇ ਆ, ਉਹਨਾਂ ਦੇ ਖਰਚੇ ਹੈਗੇ ਆ। ਸੋ ਇੱਕ ਥੋੜਾ ਪੋਰਸ਼ਨ ਆ ਜਿਹੜਾ ਕਿ ਉਹਦੇ ਵਿੱਚੋਂ ਸਹੀ ਵਿਦਆਊਟ ਜਿਹੜੀ ਸੈਲਰੀਜ਼ ਜਾਂ ਬੈਨੀਫਿਟ ਦੀ ਗੱਲ ਕਰੀਏ ਤਾਂ ਉਧਰ ਸਾਡਾ ਯੂਜ਼ ਹੁੰਦਾ ਹੈਗਾ। ਜਿਹੜਾ ਸਪੈਸ਼ਲ ਨੀਡ ਕਿਡਸ ਹੈਗੇ ਆ, ਉਹਨਾਂ ਲਈ ਜਿਹੜੇ ਸਾਡੇ ਕੋਲ EAC ਐਜੂਕੇਸ਼ਨ ਅਸਿਸਟੈਂਟਸ ਜਿਹੜੇ ਹਾਇਰ ਕਰਦੇ ਆ, ਉਹਦੇ ਲਈ ਸਰਕਾਰ ਜੇ ਸਾਨੂੰ $1 ਦਿੰਦੀ ਆ ਆਪਰੇਸ਼ਨ ਗ੍ਰਾਂਟ ਦੇ ਵਿੱਚ, ਅਸੀਂ $2 ਜਿਹੜਾ ਆਪਣੀ ਪਾਕਟ ਦੇ ਵਿੱਚੋਂ ਖਰਚਾ ਕਰਦੇ ਆ ਉਹਦੇ ਉੱਤੇ। ਫਿਰ ਵੀ ਜਿਹੜੀ ਐਜੂਕੇਸ਼ਨ ਅਸਿਸਟੈਂਟ ਦੇ ਆਵਰਸ ਹੈ, ਉਹ ਸਪੈਸ਼ਲ ਨੀਡ ਬੱਚਿਆਂ ਲਈ ਸਾਡਿਆਂ ਲਈ ਇਨਫ ਨਹੀਂ ਹੈਗੇ। ਉਹ ਪੇਰੈਂਟ ਕਮਿਊਨਿਟੀ ਇੱਕ ਲੰਬੇ ਸਮੇਂ ਤੋਂ ਐਡਵੋਕੇਟ ਕਰ ਰਹੇ ਆ ਕਿ ਵੀ ਸਾਡੇ ਬੱਚਿਆਂ ਨੂੰ ਪ੍ਰੋਪਰ ਜੋ ਲੋੜੀਂਦਾ ਆਵਰਸ ਹੈ ਉਹ ਨਹੀਂ ਮਿਲ ਰਹੇ ਹੈਗੇ ਐਜੂਕੇਸ਼ਨ ਅਸਿਸਟੈਂਟ ਲਈ। ਸੋ ਮੇਰੀ ਇਹ ਕੋਸ਼ਿਸ਼ ਹੋਏਗੀ ਜੀ, ਜੇ ਮੈਂ ਉੱਥੇ ਸਰੀ ਫਲੀਟਵੁੱਡ ਵੱਲੋਂ ਤੁਹਾਡਾ ਨੁਮਾਇੰਦਾ ਬਣ ਕੇ ਪ੍ਰੋਵਿੰਸ਼ੀਅਲ ਗਵਰਨਮੈਂਟ ਵਿੱਚ ਜਾਣਾ, ਮੈਂ ਉਸ ਜਿਹੜੀ ਆਪਰੇਸ਼ਨਲ ਗ੍ਰਾਂਟ ਲਈ ਐਡਵੋਕੇਸੀ ਕਰਾਂਗਾ। ਜੋ ਸਰੀ ਨੂੰ ਲੋੜੀਂਦਾ ਰਿਸੋਰਸਿਸ ਚਾਹੀਦੇ ਆ, ਉਹ ਮੈਂ ਸਰੀ ਲਈ ਲੈ ਕੇ ਆਉਣ ਲਈ ਵਚਨਬੱਧ ਹਾਂ ਜੀ। ਉਹਨਾਂ ਦੀ ਗੱਲ ਫੇਰ ਕਰੀਏ, ਸਰੀ ਡਿਸਟ੍ਰਿਕਟ ਦੇ ਵਿੱਚ ਕੋਈ 75,000 ਸਟੂਡੈਂਟਸ ਨੇ, ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਸਕੂਲ ਬੋਰਡ ਦੇ ਵਿੱਚ ਕਾਫੀ ਸਕੂਲ ਆਉਂਦੇ ਆ ਤੇ ਕਾਫੀ ਪੋਪੂਲੇਸ਼ਨ ਜਿਹੜੀ ਸਰੀ ਦੀ ਹੈਗੀ ਆ ਕੰਡੈਂਸਡ ਆ। ਤੇ ਇਸ ਨੂੰ ਨਜ਼ਰ ਮੱਦੇ ਰੱਖਦੇ ਹੋਏ ਅਸੀਂ ਅਗਰ ਜਾਣਨਾ ਚਾਹੀਏ ਕਿ ਤੁਸੀਂ ਲਿਬਰਲ ਪਾਰਟੀ ਅਗਰ ਸਰਕਾਰ ਬਣਾ ਲੈਂਦੀ ਆ ਤੇ ਕਿੰਨੇ ਕੁ ਸਕੂਲ ਨਵੇਂ ਬਣਾਏਗੀ, ਜਾਂ ਜਿਹੜੇ ਕਲਾਸ ਸਾਈਜ਼ਸ ਨੇ ਕਿਸ ਤਰ੍ਹਾਂ ਛੋਟੇ ਕਰੇਗੀ, ਇਸ ਦੇ ਬਾਰੇ ਕੀ ਵਾਅਦਾ ਕਰ ਸਕਦੀ ਆ ਤੁਹਾਡੀ ਪਾਰਟੀ? ਦੇਖੋ ਕਮਲ ਜੀ, ਕਲਾਸ ਸਾਈਜ਼ ਜਿਹੜੇ ਉਹ ਸਾਡੇ ਹੱਥ ਵਿੱਚ ਨਹੀਂ ਹੈਗੇ ਐਨੀਮੋਰ, ਕਰਕੇ ਉਹ ਆਪਣੀ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਹੁਣ ਉਹ ਕੰਟਰੋਲ ਨਹੀਂ ਰਿਹਾ, ਕਿਉਂਕਿ ਉਹਦੇ ਵਿੱਚ ਸੁਪਰੀਮ ਕੋਰਟ ਆਫ BC ਜਿਹੜੀ ਉਹ ਵਿੱਚ ਸ਼ਾਮਿਲ ਹੋ ਗਈ ਆ। ਸੁਪਰੀਮ ਕੋਰਟ ਦੇ ਆਦੇਸ਼ ਹੈਗੇ ਆ ਵੀ ਤੁਸੀਂ ਕਲਾਸ ਸਾਈਜ਼ ਇੰਨਾ ਹੀ ਰੱਖਣਾ, ਕਲਾਸ ਸਾਈਜ਼ ਕੰਪੋਜੀਸ਼ਨ ਤੇ ਕਲਾਸ ਸਾਈਜ਼ ਦੇ ਕਰਕੇ ਜਿਹੜਾ ਉਹਨਾਂ ਨੇ ਪਿੱਛੇ ਡਿਸੀਜਨ ਦਿੱਤਾ ਸੀਗਾ। ਸੋ ਉਹਦੇ ਲਈ ਸਾਡਾ ਮੈਂਡੇਟ ਇਹ ਆ ਵੀ ਅਸੀਂ ਜਿਹੜੇ ਕੋਰਟ ਦੇ ਜਿਹੜੇ ਆਦੇਸ਼ ਆ, ਉਹਨਾਂ ਦੇ ਨਿਯਮਾਂ ਦੀ ਜਿਹੜੀ ਪਾਲਣਾ ਕਰੀਏ। ਪਰ ਜਿਹੜੀ ਆਪਾਂ ਗੱਲ ਕਰਦੇ ਹੈਗੇ ਆ ਨਵੇਂ ਸਕੂਲਾਂ ਦੀ, ਮੈਂ ਕੱਲ ਵੀ ਇੱਕ ਕਿਸੇ ਡਿਬੇਟ ਦੇ ਵਿੱਚ ਇਹ ਵਾਅਦਾ ਕੀਤਾ ਸੀਗਾ, ਔਰ ਮੈਂ ਅੱਜ ਫਿਰ ਤੁਹਾਡੇ ਰੇਡੀਓ ਸਟੇਸ਼ਨ ਤੇ ਔਰ TV ਸਟੇਸ਼ਨ ਦੇ ਥਰੂ ਇਹ ਵਾਅਦਾ ਕਰਦਾ
ਜੇ ਸਰੀ ਦੇ ਵਿੱਚੋਂ, ਸਰੀ ਫਲੀਟਵੁੱਡ ਤੋਂ ਮੈਂ ਤੁਹਾਡਾ BC ਲਿਬਰਲ ਦਾ ਨੁਮਾਇੰਦਾ ਬਣ ਕੇ ਮੈਜੋਰਟੀ ਲਿਬਰਲ ਗਵਰਨਮੈਂਟ ਬਣਾ ਕੇ, ਫਿਰ ਮੈਂ ਦੁਬਾਰਾ ਰਿਪੀਟ ਕਰਦਾ, ਜੇ ਸਾਡੀ ਮੈਜੋਰਟੀ ਲਿਬਰਲ ਗਵਰਨਮੈਂਟ ਬਣਦੀ ਹੈ ਤਾਂ ਮੈਂ ਉੱਥੇ ਪਹੁੰਚਦਾ ਹੈਗਾ ਵਿਕਟੋਰੀਆ ਦੇ ਵਿੱਚ, ਤਾਂ ਮੈਂ ਵਚਨਬੱਧ ਹਾਂ ਕਿ ਸਰੀ ਦੇ ਵਿੱਚੋਂ ਅਗਲੇ 50 ਸਾਲਾਂ ਦੇ ਵਿੱਚ ਅਸੀਂ 50% ਪੋਰਟੇਬਲ ਜਿਹੜੇ ਉਹ ਖਤਮ ਕਰ ਦਿਆਂਗੇ ਜੀ। ਜਿਸ ਹਿਸਾਬ ਨਾਲ ਸਾਨੂੰ ਜੇ ਕੈਪੀਟਲ ਜਿਹੜਾ ਸਾਡਾ ਫੰਡਿੰਗ ਚਾਹੀਦੀ ਹੈ, ਜਿਹੜਾ ਸਾਡਾ ਕੈਪੀਟਲ ਪ੍ਰੋਜੈਕਟ ਆਫਿਸ ਹੈਗਾ ਸਰੀ ਦੇ ਵਿੱਚ ਬਣਿਆ ਹੋਇਆ, ਜੇ ਉਹ ਐਸੇ ਰਫਤਾਰ ਨਾਲ ਜਿਹੜਾ ਕੰਮ ਕਰਦਾ ਰਿਹਾ, ਜਿਹੜੇ ਉਹਨਾਂ ਦੀਆਂ ਪ੍ਰੋਜੈਕਟ ਅਸੀਂ ਬਣਾਏ ਹੋਏ ਆ 5 ਈਅਰ ਕੈਪੀਟਲ ਫੰਡਿੰਗ ਦੇ ਵਿੱਚ ਵੀ ਅਸੀਂ ਅਗਲੇ 50 ਸਾਲਾਂ ਦੇ ਵਿੱਚ, ਉਹ ਐਕਚੁਅਲੀ 5 ਈਅਰ ਕੈਪੀਟਲ ਪ੍ਰੋਜੈਕਟ ਦਾ ਇਹ ਨਹੀਂ ਮਤਲਬ ਹੁੰਦਾ ਪਲਾਨ ਦਾ ਕਿ ਸਾਨੂੰ 50 ਸਾਲਾਂ ਦੇ ਵਿੱਚ ਹੀ ਇਹ ਸਕੂਲ ਚਾਹੀਦੇ ਆ। ਉਹ ਸਾਡੀ ਟੌਪ ਪ੍ਰਾਇੋਰਟੀ ਲਿਸਟ ਹੁੰਦੀ ਵੀ ਸਾਨੂੰ ਇੱਥੇ ਇਹ ਪਹਿਲਾਂ ਚਾਹੀਦਾ ਸਕੂਲ, ਜਾਂ ਇੱਥੇ ਪਹਿਲਾਂ ਐਡੀਸ਼ਨ ਚਾਹੀਦੀ ਹੈ, ਜਾਂ ਉਸ ਹਿਸਾਬ ਨਾਲ। ਸੋ ਮੇਰਾ ਇਹੀ ਵਾਅਦਾ ਰਹੇਗਾ ਵੀ ਆਉਂਦੇ 50 ਸਾਲਾਂ ਦੇ ਵਿੱਚ ਸਰੀ ਦੇ ਵਿੱਚੋਂ ਐਟਲੀਸਟ 50% ਪੋਰਟੇਬਲਸ ਜਿਹੜੇ ਉਹ ਇਹ ਜਿਹੜੀ ਲਿਬਰਲ ਗਵਰਨਮੈਂਟ ਜ਼ਰੂਰ ਖਤਮ ਕਰੇਗੀ ਜੀ। ਕਿਸੇ ਦਾ ਇੱਕ ਕੁਐਸਚਨ ਸੀ ਕਿ ਜਿਹੜਾ ਤੁਹਾਡੇ ਤੇ ਇੱਕ ਕਹਿ ਸਕਦੇ ਹਾਂ ਕਿ ਲਾਂਛਨ ਲਾਇਆ ਕਹਿ ਸਕਦੇ ਹਾਂ ਕਿ ਦੂਸਰੀ ਪਾਰਟੀ ਵੱਲੋਂ NDP ਦੇ ਪਾਰਟੀ ਦੇ ਜਿਹੜੇ ਹੈਗੇ ਨੇ ਰਵੀ ਕਾਲੋਂ ਜੀ ਨਾਰਥ ਡੈਲਟਾ 'ਚੋਂ ਖੜੇ ਨੇ ਕੈਂਡੀਡੇਟ ਇਸ ਵਕਤ, ਉਹਨਾਂ ਨੇ ਕਿਹਾ ਕਿ ਤੁਹਾਡੇ ਕੌਂਸਟੀਚੁਐਂਸੀ ਦੇ ਵਿੱਚ ਕਿ ਜਿਹੜੇ ਗਲਤ ਪਰਸਨਲ ਇਨਫੋਰਮੇਸ਼ਨ ਲੋਕਾਂ ਦੀ ਮੰਗੀ ਗਈ ਸੀ ਮੇਲ ਇਨ ਬੈਲਟਸ ਦੇ ਲਈ, ਪਰਸਨਲ ਇਨਫੋਰਮੇਸ਼ਨ, ਕੀ ਇਹ ਗੱਲ ਸੱਚੀ ਆ ਜਾਂ ਇਹ ਕੀ ਜਿਹੜਾ ਇਹ ਆਰੋਪ ਲਗਾਇਆ ਗਿਆ ਇਹ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਕਲੈਰੀਫਾਈ ਕਰਨਾ ਚਾਹੋਗੇ ਸਾਡੇ ਦਰਸ਼ਕਾਂ ਲਈ? ਕਮਲ ਭੈਣ ਜੀ, ਇਹ ਤੁਹਾਡੇ ਲਈ ਪੁੱਛਣਾ ਵੀ ਇਹ ਗੱਲ ਸੱਚੀ ਹੈ ਕਿ ਝੂਠੀ ਹੈ, ਇਹ ਏਦਾਂ ਮੈਂ ਤੁਹਾਨੂੰ ਦੱਸਦਾ ਵੀ ਇਲੈਕਸ਼ਨ BC ਦਾ ਜਿਹੜਾ ਫੈਸਲਾ ਹੈ ਇਹਦੇ ਪ੍ਰਤੀ ਕਾਫੀ ਦਿਨ ਪਹਿਲਾਂ ਆ ਚੁੱਕਿਆ ਹੈਗਾ, ਔਰ ਇਲੈਕਸ਼ਨ BC ਨੇ ਬਹੁਤ ਹੀ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਹੈਗਾ ਉਹਦੇ ਵਿੱਚ ਡਿਸੀਜਨ ਦੇ ਵਿੱਚ ਵੀ ਉਹ ਸਾਡੇ ਤੇ ਸਾਡੀ ਕੈਂਪੇਨ ਦੇ ਖਿਲਾਫ ਉਹਨਾਂ ਨੂੰ ਕੋਈ ਵੀ ਇਹੋ ਜਿਹਾ ਸਬੂਤ ਨਹੀਂ ਮਿਲਿਆ ਵੀ ਜਿਹਦੇ ਵਿੱਚ ਅਸੀਂ ਕਿਸੇ ਦੀ ਵੀ ਪਰਸਨਲ ਇਨਫੋਰਮੇਸ਼ਨ ਜਿਹੜੀ ਉਹ ਕਲੈਕਟ ਕੀਤੀ ਹੋਵੇ ਜਾਂ ਕਰਨੀ ਚਾਹੁੰਦੇ ਹੋਈਏ। ਜਿਹੜਾ ਉਹ ਇੱਕ ਮੈਸੇਜ ਸੀਗਾ ਕਿਸੇ ਵਲੰਟੀਅਰ ਵੱਲੋਂ WhatsApp ਗਰੁੱਪ ਦੇ ਉੱਤੇ ਪਾਇਆ, ਉਹਦੀ ਵੀ ਵਲੰਟੀਅਰ ਦੀ ਵੀ ਕੋਈ ਇਸ ਤਰ੍ਹਾਂ ਦੀ ਇੰਟੈਂਸ਼ਨ ਨਹੀਂ ਸੀਗੀ ਵੀ ਉਹ ਕਿਸੇ ਦਾ ਪਰਸਨਲ ਡਾਟਾ ਉਹ ਆਪ ਲਵੇ ਜਾਂ ਪਰਸਨਲ ਇਨਫੋਰਮੇਸ਼ਨ ਆਪ ਲਵੇ ਤੇ ਆਪ ਬੈਲਟ ਮੇਲ ਇਨ ਬੈਲਟ ਆਰਡਰ ਕਰੀਏ। ਉਹਦੇ ਵਿੱਚ ਸਿਰਫ ਤੇ ਸਿਰਫ ਇਹ ਸੀਗਾ ਮੈਸੇਜ ਵੀ ਤੁਹਾਨੂੰ ਆਹਾ ਇਨਫੋਰਮੇਸ਼ਨ ਚਾਹੀਦੀ ਹੈ ਜੇ ਤੁਸੀਂ ਆਪਣਾ ਮੇਲ ਇਨ ਬੈਲਟ ਆਰਡਰ ਕਰਨਾ। ਉਹਨੂੰ ਇਹਨਾਂ ਨੇ ਤੋੜ ਮਰੋੜ ਕੇ ਇਹੋ ਜਿਹਾ ਵਿਰੋਧੀ ਧਰਨੇ ਪੇਸ਼ ਕੀਤਾ, ਖਾਸ ਕਰਕੇ ਜਿਹੜੇ ਸਾਡੇ ਡੈਲਟਾ ਨਾਰਥ ਤੋਂ ਰਵੀ ਕਾਲੋ ਜੀ ਹੈਗੇ ਆ। ਔਰ ਮੈਨੂੰ ਇਸ ਗੱਲ ਦੀ ਵੀ ਹੈਰਾਨਗੀ ਹੁੰਦੀ ਆ ਵੀ ਮੁੱਦਾ ਤਾਂ ਇਹ ਸੀਗਾ ਸਰੀ ਫਲੀਟਵੁੱਡ ਦਾ, ਤੇ ਉਹ ਰਵੀ ਕਾਲੋ ਜੀ ਉਹ ਡੈਲਟਾ ਨਾਰਥ ਤੋਂ ਇਹਦੇ ਉੱਤੇ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਬੋਲੇ। ਉਹ ਜਿਵੇਂ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈਗੀ ਆ, ਪਤਾ ਨਹੀਂ ਮੈਂ ਸਹੀ ਬੋਲ ਪਾਊਂਗਾ ਕਿ ਨਹੀਂ, ਵੀ ਗੱਲ ਉਹ ਆਲਣਾ ਜਿਹੜਾ ਉਹ ਹੁੰਦਾ ਬਟੇਰ ਦਾ ਤੇ ਉਹਦੇ ਤੇ ਗਾਲੜ ਪ੍ਰਧਾਨ ਬਣ ਕੇ ਬਹਿ ਜਾਂਦੀ ਆ, ਤੇ ਉਹ ਹਿਸਾਬ ਹੋਇਆ ਜੀ। ਜਗਰੂਪ ਬਰਾੜ ਜੀ ਨੇ ਵੀ ਸਟੇਟਮੈਂਟ ਦਿੱਤੀ ਸਾਡੀ ਕੈਂਪੇਨ ਦੇ ਖਿਲਾਫ, ਸਾਡੇ ਵਲੰਟੀਅਰ ਦੇ ਖਿਲਾਫ, ਪਰ ਮੈਂ ਤਾਂ ਇਹਨਾਂ ਨੂੰ ਅੱਗੇ ਪਹਿਲਾਂ ਇਹ ਕਹਿੰਦਾ ਰਿਹਾ ਜੀ ਵੀ ਤੁਸੀਂ ਸਾਡੀ ਕੈਂਪੇਨ ਤੋਂ ਸਾਡੇ ਵਲੰਟੀਅਰਸ ਤੋਂ ਮਾਫੀ ਮੰਗੋ। ਮੈਂ ਹੁਣ ਉਹਦੇ ਤੋਂ ਵੀ ਹਟ ਗਿਆ ਜੀ, ਸਾਨੂੰ ਮਾਫੀ ਦੀ ਕੋਈ ਲੋੜ ਨਹੀਂ, ਸਾਡੇ ਤੇ ਬਸ ਤੁਸੀਂ ਸਿਰਫ ਝੂਠੇ ਇਲਜ਼ਾਮ ਲਾਣੇ ਬੰਦ ਕਰ ਦਿਓ, ਇੰਨਾ ਹੀ ਬਹੁਤ ਹੈ ਜੀ। ਕਰਨ ਦੇ ਲਈ ਤੇ ਹੁਣ ਅਗਰ ਅਸੀਂ ਮੁੱਦਿਆਂ ਤੇ ਜਾਈਏ ਤੇ ਸਰੀ ਦੇ ਵਿੱਚ ਪੋਪੂਲੇਸ਼ਨ ਜ਼ਿਆਦਾ ਆ ਤੇ ਹਸਪਤਾਲ ਸਾਡੇ ਕੋਲ ਇੱਕ ਆ। ਬਹੁਤ ਸਾਲਾਂ ਤੋਂ ਜਿਹੜੀ ਵੀ ਪਾਰਟੀ ਆਉਂਦੀ ਹੈ ਪ੍ਰੋਮਿਸ ਕਰਦੀ ਆ ਕਿ ਹਸਪਤਾਲ ਨਵਾਂ ਬਣ ਜਾਏਗਾ। ਇੱਥੋਂ ਤੱਕ ਕਿ NDP ਨੇ ਜਗ੍ਹਾ ਲਈ ਸੀ, ਜ਼ਮੀਨ ਖਰੀਦੀ ਸੀ ਤੇ ਲਿਬਰਲ ਪਾਰਟੀ ਨੇ 2014 ਦੇ ਵਿੱਚ ਉਹ ਜਗ੍ਹਾ ਜਿਹੜੀ ਵੇਚ ਦਿੱਤੀ, ਇਹ ਕਿਹਾ ਜਾ ਰਿਹਾ। ਤੇ ਹੁਣ ਦੋਨੋਂ ਪਾਰਟੀਆਂ ਵੈਸੇ ਹੁਣ ਐਂਡਰੂ ਵਿਲਕਨਸਨ ਜਿਹੜੇ ਕਿ ਲਿਬਰਲਸ ਦੇ ਲੀਡਰ ਨੇ, ਉਹਨਾਂ ਨੇ ਵੀ ਵੈਸੇ ਅਨਾਉਂਸ ਕਰ ਦਿੱਤਾ ਕਿ ਉਹਨਾਂ ਦੀ ਪਾਰਟੀ ਅਗਰ ਜਿੱਤ ਜਾਂਦੀ ਹੈ ਤੇ ਉਹ ਵੀ ਹਸਪਤਾਲ ਬਣਾਉਣਗੇ। NDP ਤਾਂ ਪਹਿਲਾਂ ਹੀ ਵੈਸੇ ਕਹਿ ਰਹੀ ਸੀ ਕਿ ਅਸੀਂ ਬਣਾਵਾਂਗੇ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਹਸਪਤਾਲ ਆ ਬਹੁਤ ਸਾਲਾਂ ਤੋਂ ਇਸ ਦੀ ਜ਼ਰੂਰਤ ਆ, ਬਹੁਤ ਸਾਲਾਂ ਤੋਂ ਇਸ ਦੇ ਲਈ ਜਿਹੜੇ ਲਾਰੇ ਸ਼ਬਦ ਵਰਤੀਏ ਤਾਂ ਗਲਤ ਨਹੀਂ ਹੋਏਗਾ, ਲਾਰੇ ਹੀ ਲਾਏ ਜਾ ਰਹੇ ਨੇ, ਤੇ ਇਹ ਕਦੋਂ ਹਸਪਤਾਲ ਤਿਆਰ ਅਸਲ ਦੇ ਵਿੱਚ ਹੋਏਗਾ, ਕਦੋਂ ਲੋਕਾਂ ਨੂੰ ਇਸ ਦਾ ਐਕਸੈਸ ਹੋਏਗਾ? ਕੋਈ ਰਫ ਆਈਡੀਆ ਸਾਡੇ ਤੁਸੀਂ ਲਿਸਨਰਸ ਨੂੰ, ਵਿਊਅਰਸ ਨੂੰ ਜ਼ਰੂਰ ਦਿਓ ਕਿ ਹੁਣ ਪਾਰਟੀ ਨੇ ਅਨਾਉਂਸ ਤਾਂ ਕਰ ਦਿੱਤਾ ਕਿ ਹਸਪਤਾਲ ਬਣਾਵਾਂਗੇ, ਪਰ ਅਗਰ ਤੁਹਾਡੀ ਪਾਰਟੀ ਬਣ ਜਾਂਦੀ ਹੈ ਤੇ ਕਿੰਨੇ ਕੁ ਸਾਲਾਂ ਦੇ ਵਿੱਚ ਹਸਪਤਾਲ ਤਿਆਰ ਹੋ ਜਾਏਗਾ? ਭੈਣ ਜੀ, ਜੇ ਆਪਾਂ NDP ਦੇ ਦੂਜੇ ਝੂਠ ਦੀ ਗੱਲ ਕਰੀਏ ਤਾਂ ਦੂਜਾ ਝੂਠ ਇਹ ਸੀਗਾ, ਪਹਿਲਾ ਪੋਰਟੇਬਲਸ ਵਾਲਾ ਸੀਗਾ ਇਹਨਾਂ ਦਾ 2017 ਦੇ ਇਲੈਕਸ਼ਨਾਂ ਦੇ ਵਿੱਚ।
ਇਹਨਾਂ ਨੇ 2017 ਦੇ ਇਲੈਕਸ਼ਨ ਦੇ ਵਿੱਚ 3-4 ਮੁੱਦੇ ਜਿਹੜੇ ਉਹ ਪ੍ਰਾਈਮ ਲੈ ਕੇ ਆਏ, ਜਿਹਦੇ ਕਰਕੇ ਸਰੀ ਦੇ ਵੋਟਰ ਜਿਹੜੇ ਅਟਰੈਕਟ ਹੋਏ ਇਹਨਾਂ ਨਾਲ, ਔਰ ਹਰੇਕ ਨੇ ਇਹੀ ਕਿਹਾ ਵੀ ਇਹ ਸਰਕਾਰ ਸਾਡੇ ਲਈ ਬੈਸਟ ਹੈਗੀ, ਅਸੀਂ ਇਹਨਾਂ ਨੂੰ ਵੋਟਾਂ ਪਾਣੀਆਂ ਹੈਗੀਆਂ। ਪਰ ਉਹ ਅਫਸੋਸਜਨਕ ਗੱਲ ਇਹ ਆ ਵੀ ਉਹਨਾਂ 3-4 ਮੁੱਦਿਆਂ ਦੇ ਉੱਤੇ ਹੀ ਜਿਨ੍ਹਾਂ ਉੱਤੇ ਇਹਨਾਂ ਦੀ ਸਰਕਾਰ ਬਣੀ ਆ, ਇਹ ਕਿਸੇ ਵੀ ਮੁੱਦੇ ਦੇ ਉੱਤੇ ਆਪਣੇ ਦੇ ਉੱਤੇ ਇਹ ਖਰੇ ਨਹੀਂ ਉਤਰੇ ਹੈਗੇ। ਹਸਪੀਟਲ ਦੀ ਗੱਲ ਕਰੀਏ, ਜਦੋਂ ਇਹ ਸਰਕਾਰ ਪਿਛਲੀ ਵਾਰੀ ਪਾਵਰ ਦੇ ਵਿੱਚ ਆਈ, ਇਹਨਾਂ ਨੇ ਐਬਸਫੋਰਡ ਦੇ ਵਿੱਚ ਇੱਕ ਹਸਪਤਾਲ ਦੀ ਅਨਾਉਂਸਮੈਂਟ ਕੀਤੀ। 10 ਵਾਰੀ ਉਹ ਹਸਪਤਾਲ ਰੀ ਅਨਾਉਂਸ ਹੋਇਆ, ਹਰੇਕ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ, ਜੀ ਅਸੀਂ ਹੁਣ ਬਣਾ ਰਹੇ ਹਾਂ, ਹੁਣ ਬਣਾ ਰਹੇ ਹਾਂ, ਹੁਣ ਬਣਾ ਰਹੇ ਹਾਂ। ਉਹ ਇਹਨਾਂ ਕੋਲੋਂ ਆਪਦੀ ਟਰਮ ਦੇ ਵਿੱਚ 4 ਸਾਲਾਂ ਦੇ ਵਿੱਚ ਹਸਪਤਾਲ ਨਹੀਂ ਬਣਿਆ ਜੀ। ਹੋਇਆ ਕਿ ਲਿਬਰਲ ਗਵਰਨਮੈਂਟ ਪਾਵਰ ਦੇ ਵਿੱਚ ਆਈ, ਉਹਨਾਂ ਨੇ ਆ ਕੇ ਐਬਸਫੋਰਡ ਦੇ ਵਿੱਚ ਹਸਪਤਾਲ ਬਣਾਇਆ। ਸਿਰਫ ਐਬਸਫੋਰਡ ਵਿੱਚ ਨਹੀਂ, 14 ਹਸਪਤਾਲ BC ਦੇ ਵਿੱਚ ਜਿਹੜੇ ਲਿਬਰਲ ਸਰਕਾਰ ਨੇ ਬਣਾਏ ਹੈਗੇ ਆਪਣੇ 16 ਸਾਲ ਦੇ ਟੈਨਰ ਦੇ ਵਿੱਚ। NDP ਸਰਕਾਰ ਜਿੰਨੀ ਵਾਰੀ ਵੀ ਪਾਵਰ ਦੇ ਵਿੱਚ ਆਈ, ਇਹਨਾਂ ਨੇ ਇੱਕ ਵੀ ਹਸਪਤਾਲ ਜਿਹੜਾ ਪੂਰੇ ਸੂਬੇ ਦੇ ਵਿੱਚ ਨਹੀਂ ਬਣਾਇਆ। ਇਹ ਫੈਕਟ ਔਰ ਫਿਗਰਸ ਹੈਗੇ ਆ। 2017 ਦੇ ਵਿੱਚ ਪਾਰਟੀ ਹੋਣ ਦੇ ਵਿੱਚ ਆਈ। ਜੇ ਇਹ ਚਾਹੁੰਦੇ ਕਿ ਵੀ ਅਸੀਂ ਜਿਹੜਾ ਇੱਥੇ ਸਰੀ ਦੇ ਵਿੱਚ ਜਿਹੜਾ ਜਿੱਥੇ ਕਲੋਵਰਡੇਲ ਦੇ ਵਿੱਚ ਜਿੱਥੇ ਵੀ ਇਹ ਜਗ੍ਹਾ ਦੀ ਗੱਲ ਕਰ ਰਹੇ ਵੀ ਅਸੀਂ ਹਸਪਤਾਲ ਬਣਾਉਣਾ, 3 ਸਾਲ ਬਹੁਤ ਲੰਮਾ ਸਮਾਂ ਹੁੰਦਾ ਕਿਸੇ ਵੀ ਪ੍ਰੋਜੈਕਟ ਨੂੰ ਨੇਪਰੇ ਚੜਾਉਣ ਲਈ, ਜੇ ਤੁਸੀਂ ਦਿਲੋਂ ਉਹਦੇ ਦੇ ਪੂਰਾ ਚਾਹੁੰਦੇ ਹੋ। ਇਹ ਉਹਨੂੰ ਤਾਂ ਹੀ ਸਟ੍ਰੈਚ ਕਰਦੇ ਆਏ ਵੀ ਜਦੋਂ ਇਲੈਕਸ਼ਨਾਂ ਦੇ ਲਾਗੇ ਆਵਾਂਗੇ ਉਦੋਂ ਅਸੀਂ ਜਾ ਕੇ ਇਹ ਹਸਪਤਾਲ ਦੀ ਜਿਹੜੀ ਅਨਾਉਂਸਮੈਂਟ ਕਰਕੇ ਅਸੀਂ ਫਿਰ ਦੁਬਾਰਾ ਜਿਹੜੇ ਇਲੈਕਸ਼ਨ ਜਿੱਤ ਲਾਂਗੇ ਤੇ ਮੈਜੋਰਟੀ ਗਵਰਨਮੈਂਟ ਬਣਾ ਲਾਂਗੇ। ਪਰ ਮੈਂ ਦੱਸਣਾ ਚਾਹੁੰਦਾ ਮਾਨਯੋਗ ਜੌਨ ਹੌਰਗਨ ਸਾਹਿਬ ਨੂੰ ਤੇ ਉਹਨਾਂ ਦੇ ਸਰੀ ਦੇ ਲੋਕਲ MLAs ਨੂੰ ਕਿ ਜਨਤਾ ਹੁਣ ਐਡੀ ਤੁਹਾਡੇ ਗੱਲਾਂ ਦੇ ਵਿੱਚ ਆਉਣ ਵਾਲੀ ਨਹੀਂ ਹੈ। ਜਿਹੜੀਆਂ 2017 ਦੇ ਵਿੱਚ ਤੁਸੀਂ ਝੂਠੇ ਵਾਅਦੇ ਕਰਕੇ ਸਰਕਾਰ ਬਣਾਓਗੇ ਹੋ, ਇਹਨਾਂ ਦੇ ਵਿੱਚ ਦੁਬਾਰਾ ਲੋਕਾਂ ਨੇ ਨਹੀਂ ਪੈਣਾ ਹੈਗਾ, ਕਿਉਂਕਿ ਲੋਕ ਜਿਹੜੇ ਵੋਟਰ ਹੈ ਉਹ ਬਹੁਤ ਜਾਗਰੂਕ ਹੋ ਚੁੱਕੇ ਆ ਜੀ। ਐਂਡਰਿਊ ਵਿਲਕਨ ਸਾਹਿਬ ਦਾ ਇਹ ਵਾਅਦਾ ਹੈ ਔਰ ਸਾਡਾ ਸਾਰਿਆਂ ਦਾ ਇਹ ਤੁਹਾਨੂੰ ਇਹ ਪ੍ਰੋਮਿਸ ਹੈ ਕਿ ਜੇ ਸਾਡੀ ਸਰਕਾਰ ਮੈਜੋਰਟੀ ਗਵਰਨਮੈਂਟ ਬਣ ਕੇ ਵਿਕਟੋਰੀਆ ਦੇ ਵਿੱਚ ਆਂਦੀ ਆ, ਹਸਪਤਾਲ ਦੀ ਉਸਾਰੀ ਕਲੋਵਰਡੇਲ ਦੇ ਵਿੱਚ ਹੋਏਗੀ। $300 ਮਿਲੀਅਨ ਦਾ ਪ੍ਰੋਜੈਕਟ ਜਿਹੜਾ ਰਾਈਟ ਵੇ ਸਟਾਰਟ ਹੋਏਗਾ ਵਿਦਆਊਟ ਐਨੀ ਡਿਲੇ ਜੀ। ਖੁਸ਼ੀ ਹੈ ਜਾਣ ਕੇ ਕਿ ਰਾਈਟ ਵੇ ਜਿਹੜਾ ਪ੍ਰੋਜੈਕਟ ਸਟਾਰਟ ਹੋ ਜਾਏਗਾ, ਕਿਉਂਕਿ NDP ਨੇ ਵੀ ਪਿਛਲੀ ਇਲੈਕਸ਼ਨ ਦੇ ਵਿੱਚ ਵਾਅਦੇ ਇਸੇ ਤਰ੍ਹਾਂ ਕੁਝ ਕੀਤੇ ਸੀ, ਪਰ ਹੁਣ 3-3.5 ਸਾਲ ਬਾਅਦ ਕੁਝ ਨਹੀਂ ਹੋਇਆ ਹਜੇ ਤੱਕ। ਕੋਈ ਪਲੈਨਿੰਗ ਨਹੀਂ ਹੈ, ਕੋਈ ਸਟਾਰਟਿੰਗ ਨਹੀਂ ਹੈ ਹਸਪੀਟਲ ਦੀ। ਸੋ ਅਗਰ ਇਲੈਕਸ਼ਨ ਅਗਲੇ ਸਾਲ ਵੀ ਹੁੰਦੀ, ਹੁਣ ਤਾਂ ਚਲੋ ਸਨੈਪ ਇਲੈਕਸ਼ਨ ਉਹਨਾਂ ਨੇ ਕੱਢ ਦਿੱਤੀ ਆ ਐਲਾਨ, ਪਰ ਅਗਰ ਅਗਲੇ ਸਾਲ ਵੀ ਹੁੰਦੀ, ਅਗਰ 3 ਸਾਲਾਂ 'ਚ ਕੁਝ ਨਹੀਂ ਹੋਇਆ ਤਾਂ ਚੌਥੇ 'ਚ ਵੀ ਸ਼ਾਇਦ ਕੁਝ ਨਾ ਹੁੰਦਾ ਜੀ। ਸੋ ਇਹ ਜਿਹੜੇ ਵਾਅਦੇ ਨੇ ਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਗੈਰੀ ਜੀ, ਕਿਉਂਕਿ ਲੋਕ ਜਿਹੜੇ ਨੇ ਉਹ ਨੁਮਾਇੰਦਿਆਂ ਨੂੰ ਇਸੇ ਕਰਕੇ ਅੱਗੇ ਤੋੜਦੇ ਆ ਵੋਟਾਂ ਪਾ ਕੇ, ਤਾਂ ਕਿ ਉਹਨਾਂ ਦੀਆਂ ਜੋ ਨੀਡਸ ਨੇ, ਉਹਨਾਂ ਦੀਆਂ ਜੋ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਸਕਣ। ਤੁਸੀਂ ਮੈਸੀ ਟਨਲ ਦੇ ਬਾਰੇ ਪਹਿਲਾਂ ਮੈਂਸ਼ਨ ਕੀਤਾ ਕਿ ਉਹ ਹੁਣ ਬ੍ਰਿਜ ਅਗਰ ਲਿਬਰਲਸ ਆਪਣੀ ਗਵਰਨਮੈਂਟ ਬਣਾ ਲੈਂਦੇ ਆ ਤੇ ਉੱਥੇ ਬ੍ਰਿਜ ਬਣੇਗਾ, ਕਿਉਂਕਿ ਅਗਰ ਟਨਲ ਬਣਦੀ ਆ ਤੇ ਫਿਰ ਵੀ ਲੇਨਸ ਘੱਟ ਰਹਿ ਜਾਂਦੀਆਂ, ਫਿਰ ਵੀ ਪ੍ਰੋਬਲਮ ਜਿਹੜੀ ਆ ਲੰਬੇ ਸਮੇਂ ਲਈ ਸੋਲਵ ਨਹੀਂ ਹੋਏਗੀ। ਆਉਣ ਵਾਲੇ ਸਮੇਂ ਦੇ ਵਿੱਚ ਟ੍ਰੈਫਿਕ ਜਿਹੜਾ ਵੱਧਣਾ ਹੀ ਆ, ਪੋਪੂਲੇਸ਼ਨ ਵੱਧ ਰਹੀ ਆ, ਡਰਾਈਵਰਸ ਵਧਣਗੇ ਤੇ ਰੋਡਸ ਦੇ ਉੱਤੇ ਕੰਜੈਸਸ਼ਨ ਵੀ ਵਧੇਗਾ। ਸੋ ਮੀਨਿੰਗ ਟੂ ਸੇ ਕਿ ਜਿਹੜੀਆਂ ਬ੍ਰਿਜਸ ਜਿੰਨੇ ਵੀ ਹੈਗੇ ਨੇ ਸਰੀ ਦੇ ਵਿੱਚ ਜਾਂ ਆਲੇ ਦੁਆਲੇ, ਇਹਨਾਂ ਸਾਰਿਆਂ ਨੂੰ ਚੌੜਾ ਕਰਨ ਦੀ ਜ਼ਰੂਰਤ ਆ। ਸੋ ਮੈਸੀ ਟਨਲ, ਤੁਸੀਂ ਟਨਲ ਦੀ ਬਜਾਏ ਤੁਸੀਂ ਬ੍ਰਿਜ ਬਣਾਓਗੇ ਤੇ 4 ਲੇਨ ਕਰੋਗੇ, ਇਜ਼ ਦੈਟ ਕਰੈਕਟ? ਨਹੀਂ ਜੀ, ਜਿਹੜਾ ਮੈਸੀ ਟਨਲ ਦੀ ਰਿਪਲੇਸਮੈਂਟ ਬ੍ਰਿਜ ਆ ਉਹ 10 ਲੇਨ ਬ੍ਰਿਜ ਹੋਏਗਾ। ਆਪਣੇ ਆਪ ਦੇ ਵਿੱਚ ਇੱਕ ਨਵਾਂ ਅਜੂਬਾ ਹੋਏਗਾ। ਔਰ ਇਹ ਜਿਹੜਾ ਬ੍ਰਿਜ ਹੈ ਇਹ ਸਾਰਿਆਂ ਨਾਲੋਂ ਮਹਿੰਗਾ ਪ੍ਰੋਜੈਕਟ ਜਿਹੜਾ ਹੁਣ ਤੱਕ ਦਾ BC ਦੇ ਜਿੰਨੇ ਵੀ ਆਪਣੇ ਇੱਥੇ ਬ੍ਰਿਜਿਸ ਬਣੇ ਆ, ਸਾਰਿਆਂ ਨਾਲੋਂ ਮਹਿੰਗਾ ਪ੍ਰੋਜੈਕਟ ਹੈਗਾ ਇਹ, ਜਿਹੜਾ ਕਿ ਸਾਡਾ $5 ਬਿਲੀਅਨ ਦਾ ਇਨਫਰਾਸਟ੍ਰਕਚਰ ਪਲਾਨ ਆ, ਉਹਦਾ ਇੱਕ ਹਿੱਸਾ ਹੈਗਾ। ਜੇ NDP ਸਰਕਾਰ ਦੀ ਆਪਾਂ ਗੱਲ ਕਰੀਏ ਵੀ ਮੈਨੇਜਮੈਂਟ ਸਕਿੱਲਸ ਦੀ ਜਾਂ ਇਹਨਾਂ ਦੇ ਲੀਡਰਸ਼ਿਪ ਸਕਿੱਲਸ ਦੀ ਗੱਲ ਕਰੀਏ, ਜਿਹੜਾ ਪਟੋਲੋ ਬ੍ਰਿਜ ਹੈਗਾ ਜਿਹੜਾ ਕਿ ਸਰੀ ਨੂੰ ਤੇ ਨਿਊ ਵੈਸਟਮਿੰਸਟਰ ਨੂੰ ਕਨੈਕਟ ਕਰਦਾ ਹੈਗਾ, ਉਹਦੀ ਜਿਹੜੀ ਏਜ ਉੱਤੇ ਹੋ ਚੁੱਕੀ ਆ, ਉੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੋਏ ਆ, ਬੜੀਆਂ ਹੀ ਜਾਨਾਂ ਜਿਹੜੀਆਂ ਅਸੀਂ ਉੱਥੇ ਗਵਾ ਚੁੱਕੇ ਆ। ਉਹਦੇ ਵਿੱਚ ਇਹਨਾਂ ਦੇ ਰਿਪਲੇਸਮੈਂਟ ਪਲਾਨ ਇਹ ਸੀਗਾ ਵੀ ਇਹਨੂੰ ਤੋੜ ਕੇ ਨਵਾਂ ਬਣਾਇਆ ਜਾਵੇ। ਉਹਦੇ ਟੈਂਡਰ ਤੱਕ ਇਹਨਾਂ ਨੇ ਅਲਾਟ ਕਰ ਦਿੱਤੇ ਹੈਗੇ ਆ, ਫਾਈਨਲ ਸਟੇਜਿਸ ਤੇ ਪਹੁੰਚ ਗਿਆ। ਕਰ ਕੀ ਰਹੇ ਆ ਜੀ, 4 ਲੇਨ ਦਾ ਬ੍ਰਿਜ ਉਹ ਆਲਰੇਡੀ ਹੈਗਾ ਤੇ 4 ਲੇਨ ਦਾ ਬ੍ਰਿਜ ਹੀ ਦੁਬਾਰਾ ਜਿਹੜਾ ਉੱਥੇ ਟਨਲ ਦੇ ਵਿੱਚ ਉਹ ਆਪਣਾ ਉਹਦੇ ਉੱਤੇ ਤੋੜ ਕੇ ਬਣਾਇਆ ਜਾ ਰਿਹਾ। ਮਿਲੀਅਨਸ ਆਫ ਡਾਲਰਸ ਉਹਦੇ ਉੱਤੇ ਜਿਹੜਾ ਖਰਚਾ ਹੋਣਾ ਹੈਗਾ ਬ੍ਰਿਜ ਦੇ ਉੱਤੇ।
ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹ ਸਰਕਾਰ ਅਗਾਂਹ ਵਧੂ ਸੋਚ ਰੱਖਦੀ ਹੈ ਜਾਂ ਇਹ ਆਪਣੀ ਸੂਬੇ ਦੀ ਇਕਨੋਮੀ ਨੂੰ ਪਿੱਛੇ ਨੂੰ ਧੱਕਾ ਮਾਰ ਰਹੇ ਆ। ਜੇ ਉਹ ਇਹ ਕਹਿ ਰਹੇ ਹੈਗੇ ਆ ਵੀ ਅਸੀਂ 4 ਲੇਨ ਬ੍ਰਿਜ ਤਾਂ ਬਣਾ ਰਹੇ ਆ ਵੀ ਨਿਊ ਵੈਸਟਮਿੰਸਟਰ ਜਿਹੜਾ ਉਹਦੇ ਵਿੱਚ ਇਨਫਰਾਸਟ੍ਰਕਚਰ ਨਹੀਂ ਹੈਗਾ, ਟ੍ਰੈਫਿਕ ਨੂੰ ਹੋਲਡ ਨਹੀਂ ਕਰ ਪਾ ਰਿਹਾ, ਤਾਂ ਮੈਂ ਇਹਨਾਂ ਤੋਂ ਸਿਰਫ ਇੱਕੋ ਹੀ ਜਵਾਬ ਮੰਗਦਾ ਵੀ ਜਿਹੜਾ ਹੁਣ ਉੱਥੇ 4 ਲੇਨ ਬ੍ਰਿਜ ਹੈ ਕਿ ਉਹ ਉੱਥੇ ਟ੍ਰੈਫਿਕ ਫ੍ਰੀਲੀ ਫਲੋ ਕਰ ਰਿਹਾ ਹੈਗਾ? ਟ੍ਰੈਫਿਕ ਤਾਂ ਉੱਥੇ ਲਾਈਨ ਅਪ ਲੱਗਿਆ ਹੋਇਆ, 1.5 ਘੰਟਾ 2 ਘੰਟਾ ਲੋਕਾਂ ਨੇ ਕੰਮਾਂ ਤੇ ਜਾਣਾ, ਸਵੇਰੇ ਲਾਈਨ ਅਪ ਦੇ ਵਿੱਚ ਖੜੇ ਹੁੰਦੇ ਹੈਗੇ ਆ। ਸੋ ਇਹਦਾ ਮਤਲਬ ਇਹ ਨਹੀਂ ਵੀ ਉੱਥੇ ਟ੍ਰੈਫਿਕ ਜਾ ਨਹੀਂ ਰਿਹਾ, ਟ੍ਰੈਫਿਕ ਜਾ ਰਿਹਾ ਪਰ ਡਿਲੇ ਹੋ ਕੇ ਜਾ ਰਿਹਾ ਹੈਗਾ। ਜਦੋਂ ਤੁਸੀਂ ਕੋਈ ਵੀ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹੋ ਤਾਂ ਪਹਿਲਾਂ ਇਨਫਰਾਸਟ੍ਰਕਚਰ ਨੂੰ ਐਨਹਾਂਸ ਕਰੋ ਤਾਂ ਕਿ ਉਹਦੀ ਫਿਊਚਰ ਦੀ ਅਗਲੇ 50 ਸਾਲ ਜਾਂ 100 ਸਾਲ ਜਿੰਨੇ ਸਾਲ ਉਹਦੀ ਬ੍ਰਿਜ ਦੀ ਲਾਈਫ ਹੈਗੀ ਆ ਉਹਨੂੰ ਆਪਾਂ ਪਹਿਲਾਂ ਧਿਆਨ ਦੇ ਵਿੱਚ ਰੱਖ ਕੇ ਉਹਦੀ ਐਕਸਪੈਂਸ਼ਨ ਕਰ ਸਕੀਏ। ਕਹਿੰਦੇ ਜੀ 4 ਲੇਨ ਹੋ ਜਾਊਗਾ, 6 ਲੇਨ ਤੱਕ ਐਕਸਪੈਂਸ਼ਨ ਹੋ ਜਾਣੀ। ਹੋਣਾ ਕੀ ਚਾਹੀਦਾ ਸੀਗਾ? 6 ਲੇਨ ਹੋਣਾ ਚਾਹੀਦਾ ਸੀਗਾ ਤੇ 8 ਲੇਨ ਦੀ ਉਹਦੀ ਫਿਊਚਰ ਐਕਸਪੈਂਸ਼ਨ ਦਾ ਜਿਹੜਾ ਪਲਾਨ ਹੋਣਾ ਚਾਹੀਦਾ ਸੀਗਾ। ਪਰ ਇਹ ਜਿਹੜੀ ਸਿਰਫ ਮਿਸਮੈਨੇਜਮੈਂਟ ਹੈਗੀ ਆ, ਲੋਕਾਂ ਦੀ ਟੈਕਸ ਪੇਅਰਸ ਦੀ ਮਨੀ ਜਿਹੜੀ ਉਹਨੂੰ ਗਲਤ ਇਸਤੇਮਾਲ ਕਰ ਰਹੇ ਆ ਔਰ ਗਲਤ ਤਰੀਕੇ ਨਾਲ ਉਹਨੂੰ ਜਿਹੜਾ ਯੂਜ਼ ਕਰਕੇ ਜਿਹੜਾ ਇਹਨਾਂ ਦਾ ਪਟੋਲੋ ਬ੍ਰਿਜ ਦਾ ਪਲਾਨ ਬਣਾ ਕੇ ਔਰ ਬਹੁਤ ਹੀ ਐਡਵਾਂਸ ਸਟੇਜਿਸ ਦੇ ਵਿੱਚ ਉਹ ਪਹੁੰਚ ਚੁੱਕਿਆ ਹੈਗਾ। ਮੈਨੂੰ ਬਹੁਤ ਹੀ ਕਹਿੰਦੇ ਆ ਇਹ ਅਫਸੋਸ ਹੋ ਰਿਹਾ ਵੀ ਲਿਬਰਲ ਗਵਰਨਮੈਂਟ ਜੇ ਅਸੀਂ ਪਾਵਰ ਦੇ ਵਿੱਚ ਵੀ ਆ ਜੰਨੇ ਆ, ਜੇ ਅਸੀਂ ਉਹਨੂੰ ਪ੍ਰੋਜੈਕਟ ਨੂੰ ਕੈਂਸਲ ਕਰਕੇ 6 ਲੇਨ ਬ੍ਰਿਜ ਐਕਸਪੈਂਡੇਬਲ ਟੂ 8 ਲੇਨ ਬ੍ਰਿਜ ਦਾ ਜੇ ਪ੍ਰੋਜੈਕਟ ਕਰਨਾ, ਟੈਕਸ ਪੇਅਰਸ ਦੀ ਬਹੁਤ ਸਾਰੀ ਜਿਹੜੀ ਮਨੀ ਆ ਉਹ ਖਰਾਬ ਵੀ ਹੋਣ ਵਾਲੀ ਹੈ ਜੀ ਇਹਦੇ ਵਿੱਚ। ਜਿਹੜਾ ਹੁਣ ਇਸ ਵਕਤ ਉਹ 4 ਲੇਨ ਆ 2 ਈਚ ਵੇ, ਉਹਦੇ ਨਾਲ ਅਗਰ ਉਹਨੂੰ ਢਾਹ ਕੇ ਇੰਨਾ ਪੈਸਾ ਲਾ ਕੇ ਨਵਾਂ ਬਣਾ ਵੀ ਦਿੰਦੇ ਆ 4 ਲੇਨ ਅਗੇਨ, ਉਹਦੇ ਨਾਲ ਕੋਈ ਫਾਇਦਾ ਨਹੀਂ। ਸੋ 6 ਲੇਨਸ ਐਟਲੀਸਟ ਹੋਣ, ਚਲੋ 8 ਦੀ ਐਕਸਪੈਂਸ਼ਨ ਹੋਵੇ ਤੇ ਫਿਰ ਵੀ ਮੰਨਦੇ ਆ ਵੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਟ੍ਰੈਫਿਕ ਵਧੇਗਾ, ਕਿਉਂਕਿ ਹੁਣ ਲੋਕ ਜਦੋਂ ਬਾਹਰੋਂ ਕਾਫੀ ਜਿਹੜੇ ਇਮੀਗ੍ਰੈਂਟਸ ਨੇ ਸਰੀ ਦੇ ਵਿੱਚ ਰਹਿਣ ਲਈ ਮੂਵ ਹੁੰਦੇ ਆ, ਸੋ ਉਹਨਾਂ ਨੇ ਕੰਮਾਂ ਕਾਰਾਂ ਤੇ ਜਾਣਾ ਹੁੰਦਾ, ਸਟੂਡੈਂਟਸ ਨੇ ਪੜ੍ਹਨ ਜਾਣਾ ਹੁੰਦਾ, ਕੋਈ UBC ਪੜ੍ਹਨ ਜਾਂਦਾ, ਕੋਈ SFU ਪੜ੍ਹਨ ਜਾਂਦਾ, ਸੋ ਆਬਵੀਅਸਲੀ ਬ੍ਰਿਜ ਪਾਰ ਕਰਕੇ ਹੀ ਜਾਣਾ ਪੈਂਦਾ ਆ ਵੈਂਕੂਵਰ ਵੱਲ ਨੂੰ, ਬਰਨਵੀ ਵੱਲ ਨੂੰ, ਸਾਰਿਆਂ ਨੂੰ। ਸੋ ਇਹ ਸੈਂਸ ਨਹੀਂ ਬਣਦੀ ਕਿ 2 ਲੇਨ ਦਾ ਬ੍ਰਿਜ ਬਣਾ ਦਿੱਤਾ ਜਾਵੇ ਪਟੋਲੋ ਨੂੰ ਅਗੇਨ। ਇਹ 6 ਮਤਲਬ ਕਿ 4 ਲੇਨ ਦਾ 2, ਜਦੋਂ ਮੈਂ ਕਹਿ ਦਿੰਦੀ ਹਾਂ ਕਿ 2 ਲੇਨਸ ਈਚ ਵੇ, ਜਿਹੜੀ ਤੁਸੀਂ ਵਰਡਿੰਗ ਯੂਜ਼ ਕੀਤੀ ਨਾ ਭੈਣ ਜੀ, ਸੈਂਸ ਨਹੀਂ ਬਣਦੀ। ਇਹਨਾਂ ਨੇ ਇਹੋ ਜਿਹੇ ਕਈ ਕੰਮ ਕੀਤੇ ਜਿਨ੍ਹਾਂ ਦੀ ਸੈਂਸ ਨਹੀਂ ਬਣਦੀ ਹੈਗੀ। ਔਰ ਮੈਂ ਜਦੋਂ ਘਰੋਂ ਘਰੀ ਹੁਣ ਕੈਂਪੇਨ ਦੇ ਦੌਰਾਨ ਜਾ ਰਿਹਾ ਹੈਗਾ, ਡੋਰ ਨੌਕਿੰਗ ਤੇ ਲੋਕਾਂ ਨਾਲ ਗੱਲਬਾਤ ਕਰ ਰਿਹਾ, ਇਹੋ ਜਿਹੇ ਇਸ਼ੂਜ਼ ਜਿਹੜੇ ਬਹੁਤ ਜ਼ਿਆਦਾ ਹੈਗੇ ਜਿਹੜੇ ਕਹਿੰਦੇ ਲੋਕੀ ਸੈਂਸ ਨਹੀਂ ਬਣਦੀ। ਜੇ ਆਪਾਂ ਨੂੰ ਇਹਨਾਂ ਦੇ ਕੰਮਾਂ ਦੀ ਸੈਂਸ ਹੀ ਨਹੀਂ ਬਣਦੀ ਹੈਗੀ ਜਿਹੜੇ ਕਰ ਰਹੇ ਹੈਗੇ, ਫਿਰ ਆਪਾਂ ਇਹਨਾਂ ਨੂੰ ਇਲੈਕਟ ਕਰਕੇ ਮੈਜੋਰਟੀ ਗਵਰਨਮੈਂਟ ਬਣਾ ਕੇ ਉੱਥੇ ਕਿਉਂ ਭੇਜ ਰਹੇ ਹਾਂ? ਇਹਨਾਂ ਦੀ ਪਾਰਟੀ ਨੇ ਕੁਝ ਇੱਕ ਵਾਅਦੇ ਕੀਤੇ ਸੀ ਜਿਨ੍ਹਾਂ ਦੇ ਵਿੱਚੋਂ 1-2 ਨਿਭਾਏ, ਬਾਕੀ ਬਹੁਤ ਸਾਰੇ ਜਿਹੜੇ ਨਹੀਂ ਨਿਭਾਏ। ਚਲੋ ਅਸੀਂ ਫੋਕਸ ਕਰਦੇ ਹਾਂ ਲਿਬਰਲਸ ਤੇ ਅੱਜ, ਕਿਉਂਕਿ ਸਮਾਂ ਜਿੰਨਾ ਕੁ ਹੁੰਦਾ ਉਹਦੇ ਬੇਸ ਤੇ ਅਸੀਂ ਗੱਲਾਂ ਬਾਤਾਂ ਕਰ ਸਕਦੇ ਹਾਂ। ਸੋ ਗਾਂ ਜੇ ਅਸੀਂ ਗੱਲ ਕਰ ਲਈਏ ਜੀ ਸਰੀ ਪੁਲਿਸ ਦੀ, ਕਿਉਂਕਿ ਡਗ ਮਕਲਮ ਜੀ ਨੇ ਐਲਾਨ ਕਰ ਦਿੱਤਾ ਸੀ ਕਿ ਸਰੀ ਪੁਲਿਸ ਆਏਗੀ, RCMP ਹਟਾ ਦਿੱਤੀ ਜਾਏਗੀ, ਕਿਉਂਕਿ ਆਲੇ ਦੁਆਲੇ ਸ਼ਹਿਰਾਂ ਦੇ ਵਿੱਚ ਸਰੀ ਪੁਲਿਸ ਹੈਗੀ ਆ, ਆਪਣੇ ਡੈਲਟਾ ਦੇ ਵਿੱਚ ਸਰੀ ਪੁਲਿਸ ਹੈਗੀ ਆ। ਸੋ ਸਰੀ ਦਾ ਜਿਹੜਾ ਕ੍ਰਾਈਮ ਰੇਟ ਆ ਉਹ ਡੈਲਟਾ ਜਾਂ ਬਾਕੀ ਸ਼ਹਿਰਾਂ ਨਾਲ ਦੇਖਿਆ ਜਾਵੇ, ਕੰਪੇਅਰ ਕੀਤਾ ਜਾਵੇ ਤਾਂ ਸਰੀ ਦੇ ਵਿੱਚ ਕ੍ਰਾਈਮ ਜ਼ਿਆਦਾ ਆ, ਸ਼ੂਟਿੰਗ ਜ਼ਿਆਦਾ ਆ। ਪਿਛਲੇ 10 ਦਿਨਾਂ ਦੇ ਵਿੱਚ 10 ਸ਼ੂਟਿੰਗਸ ਹੋਈਆਂ ਪਿਛਲੇ ਹਫਤੇ, ਜਦੋਂ ਅਸੀਂ ਕਾਊਂਟ ਕਰ ਰਹੇ ਸੀ। ਸੋ ਜਿਹੜਾ ਇਹ ਸਾਰਾ ਕੁਛ ਨੂੰ ਨੱਥ ਪਾਉਣੀ ਵੀ ਕੋਈ ਈਜ਼ੀ ਗੱਲ ਨਹੀਂ ਹੈਗੀ। ਸੋ ਤੁਹਾਨੂੰ ਕੀ ਲੱਗਦਾ ਆ ਕਿ ਹੁਣ ਐਂਡਰਿਊ ਵਿਲਕਨਸਨ ਸਾਹਿਬ ਨੇ ਕਹਿਤਾ ਕਿ ਇੱਕ ਵਾਰ ਰੈਫਰੈਂਡਮ ਦੁਆਰਾ ਕਰਾਉਣਗੇ, ਉਸ ਦੇ ਨਾਲ ਫਿਰ ਪੱਟ ਲੱਦ ਹੋਏਗੀ, ਕਿ ਉਸ ਦੇ ਨਾਲ ਲੋਕ ਫਿਰ ਸ਼ਾਇਦ ਹੁਣ ਸ਼ਸ਼ੋਪੰਜ ਦੇ ਵਿੱਚ ਪੈ ਗਏ ਹੋਣਗੇ ਕਿ ਪਤਾ ਨਹੀਂ ਐਂਡਰਿਊ ਵਿਲਕਨ ਸਾਹਿਬ ਚਾਹੁੰਦੇ ਨੇ ਕਿ ਸਰੀ ਦੇ ਵਿੱਚ RCMP ਰਵੇ, ਸਰੀ ਪੁਲਿਸ ਨਾ ਆਵੇ। ਉਹਨਾਂ ਦਾ ਅਸਲ ਦੇ ਵਿੱਚ ਕੀ ਵਿਚਾਰ ਆ ਜਿਹੜਾ ਰੈਫਰੈਂਡਮ ਉਹ ਕਰਾਉਣ ਨੂੰ ਕਹਿ ਰਹੇ ਨੇ, ਉਸ ਦੇ ਬਾਰੇ ਉਹਨਾਂ ਦਾ ਅਸਲੀ ਮਕਸਦ ਕੀ ਹੈ ਇਹਦੇ ਪਿੱਛੇ ਪਾਰਟੀ ਦਾ? ਦੇਖੋ ਭੈਣ ਜੀ, ਜਿਹੜੇ ਸਾਡੇ ਮਾਨਯੋਗ ਪ੍ਰਧਾਨ ਹੈਗੇ ਮਿਸਟਰ ਐਂਡਰਿਊ ਵਿਲਕਨਸਨ, ਉਹਨਾਂ ਨੇ ਇਹ ਜਿਹੜਾ ਫੈਸਲਾ ਕੀਤਾ ਵੀ ਜਿਹੜਾ ਇਹ ਟ੍ਰਾਂਜੀਸ਼ਨ ਪ੍ਰੋਸੈਸ ਹੈਗਾ ਇਹਦੇ ਤੇ ਅਸੀਂ ਪੌਜ਼ ਲਾ ਕੇ ਇੱਕ ਰੈਫਰੈਂਡਮ ਕਰਾਵਾਂਗੇ। ਪਰ ਉਹ ਰੈਫਰੈਂਡਮ ਦਾ ਇਹ ਸਿਰਫ ਇਹੀ ਮਤਲਬ ਹੈ ਕਿ ਸਰੀ ਦੇ ਵਸਨੀਕ ਫੈਸਲਾ ਕਰਨਗੇ ਕਿ ਉਹ ਕੀ ਚਾਹੁੰਦੇ ਨੇ। ਅਸੀਂ ਕਿਸੇ ਵੀ ਧਿਰ ਦਾ ਜਿਹੜਾ ਪੱਖ ਨਹੀਂ ਲੈ ਰਹੇ। ਮਿਸਟਰ ਜੌਨ ਹੌਰਗਨ ਜਿਹੜੇ NDP ਦੇ ਇਹਨਾਂ ਦੇ ਲੀਡਰ ਹੈਗੇ ਆ, ਉਹਨਾਂ ਨੇ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਇਹ ਤਾਂ ਭੁੰਡਾਂ ਦੀ ਖੱਖਰ ਹੈ, ਇਹਦੇ ਵਿੱਚ ਹੱਥ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ।
ਇਹ ਜਿਹੜੀ ਲੀਡਰਸ਼ਿਪ ਨਹੀਂ ਹੈਗੀ। ਲੀਡਰਸ਼ਿਪ ਇਹ ਹੁੰਦੀ ਆ ਜਦੋਂ ਦੋ ਧੜੇ ਆ ਜਿਹੜੇ ਕਿ ਕਿਸੇ ਇੱਕ ਫੈਸਲੇ ਦੇ ਉੱਤੇ ਨਹੀਂ ਪਹੁੰਚ ਰਹੇ, ਸਪੈਸ਼ਲੀ ਭਾਵੇਂ ਉਹ ਸਿਟੀ ਦਾ ਮੁੱਦਾ ਹੈਗਾ ਜਾਂ ਕੋਈ ਵੀ ਹੈ, ਉਹਦੇ ਵਿੱਚ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਇਨਵੋਲਵ ਹੋ ਕੇ ਉਹਨਾਂ ਦਾ ਫੈਸਲਾ ਜਿਹੜਾ ਉਹ ਕਰਵਾਉਣਾ ਚਾਹੀਦਾ ਹੈਗਾ। ਜੇ ਸਿਟੀ ਦਾ ਵੀ ਮੁੱਦਾ ਹੈਗਾ ਪਰ ਉਹਦੇ ਵਿੱਚ ਇੱਕ ਬਹੁਤ ਵੱਡਾ ਗਰੁੱਪ ਹੈ ਜਿਹੜਾ ਸਿਟੀ ਦੇ ਵਿੱਚੋਂ ਉਹ ਕਹਿ ਰਿਹਾ ਹੈਗਾ ਵੀ ਅਸੀਂ ਇਸ ਫੈਸਲੇ ਦੇ ਹੱਕ ਵਿੱਚ ਨਹੀਂ ਹੈਗੇ, ਤਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਵਿੱਚ ਇਨਵੋਲਵ ਹੋ ਕੇ ਉਹਨਾਂ ਦਾ ਕਿਤੇ ਨਾ ਕਿਤੇ ਨਤੀਜਾ ਜਾਂ ਫੈਸਲਾ ਕਰਾਉਣਾ ਚਾਹੀਦਾ। ਅਗੇਨ ਮੈਂ ਫਿਰ ਜਦੋਂ ਵੀ ਕਿਤੇ ਆਪਾਂ ਡੋਰ ਨੌਕਿੰਗ ਲਈ ਜਾਈਦਾ, ਆਪਾਂ ਨੂੰ ਇਹ ਕੁਐਸਚਨ ਪੁੱਛਿਆ ਜਾਂਦਾ, ਮੈਂ ਹਰ ਜਗ੍ਹਾ ਇਹੀ ਜਵਾਬ ਦਿੰਦਾ ਵੀ ਫੈਸਲਾ ਤਾਂ ਤੁਹਾਡੇ ਹੱਥ ਵਿੱਚ ਹੀ ਹੈ। ਜੇ ਆਪਾਂ ਨੂੰ ਮੈਜੋਰਟੀ, ਆਪਾਂ ਨੂੰ ਲੋਕਾਂ ਨੂੰ ਪਤਾ ਹੈਗਾ ਵੀ ਅਸੀਂ ਸਰੀ ਦੇ ਵਿੱਚ ਸਰੀ ਪੁਲਿਸ ਚਾਹੁੰਦੇ ਆ, ਤਾਂ ਫਿਰ ਆਪਾਂ ਨੂੰ ਡਰ ਵੀ ਕੀ ਹੈ। ਜਾਂ ਜੇ ਮੈਜੋਰਟੀ ਲੋਕ ਇਹ ਕਹਿੰਦੇ ਆ ਵੀ ਅਸੀਂ ਕੀਪ ਦਾ RCMP ਇਨ ਸਰੀ, ਉਹਨੂੰ ਫੇਵਰ ਕਰਦੇ ਆ, ਤਾਂ ਉਹਨਾਂ ਦੀ ਜਿੱਤ ਹੋਏਗੀ। ਪਰ ਜੇ ਆਪਾਂ ਸਿਵਿਕ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੇ ਮਾਨਯੋਗ ਡਗ ਮੁਕੱਲਮ ਸਾਡੇ ਮੇਅਰ ਜਿਹੜੇ ਹੁਣ ਇਸ ਟਾਈਮ ਸਰੀ ਦੇ ਹੈਗੇ ਆ, ਉਹਨਾਂ ਨੂੰ ਲੋਕਾਂ ਨੇ ਬੜੀ ਕਲੀਅਰਲੀ ਫਤਵਾ ਦੇ ਕੇ ਜਿਹੜਾ ਇਹ ਉੱਥੇ ਬਿਠਾਇਆ ਸੀਗਾ ਵੀ ਅਸੀਂ ਸਰੀ ਦੇ ਵਿੱਚ ਉਦੋਂ ਦੋ ਇਸ਼ੂ ਸੀਗੇ, ਇੱਕ ਮੇਰੇ ਖਿਆਲ ਸਕਾਈ ਟ੍ਰੇਨ ਦਾ, ਲਾਈਟ ਰੇਲ ਦਾ ਸੀਗਾ, ਦੂਸਰਾ ਜਿਹੜਾ ਮੁੱਖ ਜਿਹੜਾ ਮੁੱਦਾ ਸੀਗਾ ਉਹ ਐਸਏ ਸਰੀ ਲੋਕਲ ਪੁਲਿਸ ਲਈ ਸੀਗਾ। ਔਰ ਇਹ ਦੋ ਇਸ਼ੂ ਦੇ ਬੇਸ ਤੇ ਹੀ ਉਹ ਜਿਹੜੀ ਆਪਣੇ ਮੇਰੇ ਹਿਸਾਬ ਨਾਲ ਜਿਹੜੀ ਮੇਨਲੀ ਸਿਵਿਕ ਇਲੈਕਸ਼ਨ ਜਿਹੜੇ ਲਾਸਟ ਵਾਰੀ ਉਹ ਇਹਦੇ ਕੇਂਦਰਿਤ ਹੀ ਰਹੇ ਹੈਗੇ ਇਹਨਾਂ ਦੋਵਾਂ ਮੁੱਦਿਆਂ ਤੇ। ਸੋ ਜੇ ਆਪਾਂ ਨੂੰ ਸਰੀ ਦੇ ਵਸੀਕਾਂ ਨੂੰ ਇਹ ਲੱਗਦਾ ਹੈਗਾ ਵੀ ਮੈਜੋਰਟੀ ਜਿਹੜੀ ਆਪਣੀ ਸਰੀ ਦੇ ਵਿੱਚ ਐਸੇ ਦੇ ਹੱਕ ਵਿੱਚ ਗੱਲ ਕਰ ਰਹੀ ਹੈ, ਤਾਂ ਫਿਰ ਉਹਦੇ ਵਿੱਚ ਮੇਰੇ ਹਿਸਾਬ ਨਾਲ ਡਰ ਦੀ ਗੱਲ ਕੋਈ ਨਹੀਂ। ਪਰ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਵੀ ਅਸੀਂ ਕਿਸੇ ਵੀ ਧੜੇ ਦਾ ਪੱਖ ਨਹੀਂ ਲੈ ਰਹੇ, ਅਸੀਂ ਸਿਰਫ ਤੇ ਸਿਰਫ ਇਹ ਕਹਿ ਰਹੇ ਵੀ ਸਰੀ ਦੇ ਵਸਨੀਕ ਜਿਹੜੇ ਉਹ ਫੈਸਲਾ ਕਰਨਗੇ ਜੀ। ਜੀ ਬਿਲਕੁਲ। ਤੇ PST ਦੀ ਗੱਲ ਕਰੀਏ ਤੇ ਐਂਡਰੂ ਵਿਲਕਨਸਨ ਸਾਹਿਬ ਕਹਿ ਰਹੇ ਨੇ ਕਿ PST ਮਾਫ ਕਰ ਦਿੱਤੀ ਜਾਏਗੀ। ਅਗਰ ਦੇਖਿਆ ਜਾਵੇ ਗੈਰੀ ਜੀ, PST ਜਿਹੜੀ ਆ ਆਮ ਲੋਕ ਨੇ ਜਿਹੜੇ ਨਾ, ਜਿਹੜੇ ਕਹਿ ਲਓ ਗਰੀਬ ਤਾਂ ਨਹੀਂ ਕਹਿ ਸਕਦੇ, ਇੱਥੇ ਗਰੀਬ ਤਾਂ ਕੋਈ ਨਹੀਂ ਹੈ, ਪਰ ਜਿਹੜੇ ਮਿਨੀਮਮ ਵੇਜ ਵਾਲੇ ਲੋਕ ਨੇ, ਉਹਨਾਂ ਦੀਆਂ ਜਿਹੜੀਆਂ ਲੋੜਾਂ ਹੁੰਦੀਆਂ ਉਹ ਕੀ ਹੁੰਦੀਆਂ, ਬੱਚਿਆਂ ਦੇ ਕੱਪੜੇ, ਖਾਣ ਵਾਲੀਆਂ ਚੀਜ਼ਾਂ, ਜਾਂ ਛੋਟੇ ਮੋਟੇ ਜਾਂ ਰਹਿਣ ਲਈ ਆਪਣੀ ਰੈਜ਼ੀਡੈਂਸੀ ਲਈ ਹਾਊਸਿੰਗ ਵਗੈਰਾ ਹੋ ਜਾਂਦੀ ਹੈ ਨਾ, ਇਹ ਤੇ ਤਾਂ PST ਪਹਿਲਾਂ ਹੀ ਨਹੀਂ ਲੱਗਦੀ। ਤੇ PST ਚੱਕਣ ਦੇ ਨਾਲ ਫਾਇਦਾ ਕਿਹਨੂੰ ਹੋਏਗਾ? ਜਿਹੜਾ ਲੋਕਾਂ ਦੇ ਕੋਲ ਪੈਸਾ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਚੀਜ਼ਾਂ ਖਰੀਦਣੀਆਂ ਆ, ਉਹਨਾਂ ਨੂੰ PST ਦਾ ਫਾਇਦਾ ਹੋਏਗਾ। ਤੇ ਇਸ ਦੇ ਨਾਲ ਤੁਸੀਂ ਆਪਣੇ ਵਿਚਾਰ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਜਨਤਾ ਜਿਹੜੀ ਆ ਉਹਨਾਂ ਨੂੰ ਕਿਸ ਤਰ੍ਹਾਂ PST ਜਿਹੜੀ ਆ ਕੋਈ ਫਾਇਦਾ ਪਹੁੰਚਾ ਸਕਦੀ ਆ? ਤੁਹਾਡੇ ਕੀ ਵਿਚਾਰ ਨੇ? ਬਿਲਕੁਲ ਭੈਣ ਜੀ, ਬਹੁਤ ਜ਼ਿਆਦਾ ਮਿਸਕਨਸੈਪਸ਼ਨ ਹੈਗੀ ਹੈ ਵੀ PST ਜਿਹੜੇ ਉਹ ਲੋ ਇਨਕਮ ਜਿਹੜੀ ਫੈਮਲੀਜ਼ ਦੇ ਲਈ ਨਹੀਂ ਹੈਗੀ। ਜਿਹੜਾ ਡਾਟਾ ਗਵਰਨਮੈਂਟ ਦਾ ਡਾਟਾ ਮੈਂ ਆਪਣੇ ਵੱਲੋਂ ਬਣਾ ਕੇ ਨਹੀਂ ਦੱਸ ਰਿਹਾ ਹੈਗਾ, ਕਿਸੇ ਵੀ ਫੈਮਲੀ ਦੀ ਜਿਹਦੇ 4 ਮੈਂਬਰ ਹੋਣ, ਉਹਨਾਂ ਦੀ ਇਨਕਮ $60,000 ਤੋਂ ਥੱਲੇ ਹੋਵੇ, ਉਹਨਾਂ ਨੂੰ ਸਾਲ ਦੇ ਵਿੱਚ $1,700 ਦਾ PST ਦਾ ਫਾਇਦਾ ਹੋਣਾ ਹੈਗਾ। ਔਰ ਇਹ ਗਵਰਨਮੈਂਟ ਦੇ ਫਿਗਰਸ ਹੈਗੇ ਆ। ਸੋ ਕੋਈ ਵੀ ਫੈਮਲੀ ਸਾਈਜ਼ ਜਿਹੜੀ ਚਾਰ ਬੱਚਿਆਂ ਦੀ ਜਾਂ ਵੱਡਿਆਂ ਦੀ ਅਡਲਟਸ ਦੀ ਫੈਮਿਲੀ ਮਿਲਾ ਕੇ ਬਣੇ, ਜਿਨ੍ਹਾਂ ਦੀ ਇਨਕਮ ਸਾਲਾਨਾ $60,000 ਤੋਂ ਘੱਟ ਹੈਗੀ, ਉਹਦੇ ਵਿੱਚ ਮੇਰੇ ਹਿਸਾਬ ਨਾਲ ਸਾਰੇ ਲੋ ਇਨਕਮ ਫੈਮਲੀਜ਼ ਵਿੱਚ ਇਨਕਲੂਡਿਡ ਹੁੰਦੇ ਆ, ਉਹਨਾਂ ਨੂੰ ਸਾਲਾਨਾ $1,700 ਦਾ ਜਿਹੜਾ PST ਦਾ ਫਾਇਦਾ ਹੁੰਦਾ। ਉਹਦੇ ਵਿੱਚ ਤਕਰੀਬਨ 25 ਕੇ 30 ਜਿਹੜੀ ਉਹ ਕੈਟਾਗਰੀਜ਼, ਮੇਰੇ ਕੋਲ ਇੱਕ ਲਿਸਟ ਆਈ ਸੀ, ਹੁਣ ਮੇਰੇ ਕੋਲ ਸਾਹਮਣੇ ਨਹੀਂ ਹੈਗੀ, ਨਹੀਂ ਮੈਂ ਪੜ੍ਹ ਕੇ ਵੀ ਸੁਣਾ ਦੇਣੀ ਸੀ ਵੀ ਕਿਹੜੀ ਕਿਹੜੀ ਜਗ੍ਹਾ ਤੇ ਉਹਨਾਂ ਨੂੰ PST ਜਿਹੜੀ ਸੇਵਿੰਗ ਹੋਣੀ ਹੈਗੀ ਫੈਮਲੀਜ਼ ਨੂੰ। ਉਹਦੇ ਨਾਲ ਹੋਣਾ ਕੀ ਹੈ ਜੀ, ਜਿਹੜਾ ਮਾਨਯੋਗ ਜੌਨ ਹੌਰਗਨ ਸਾਹਿਬ ਤੇ NDP ਹੋਰਾਂ ਨੇ ਐਲਾਨ ਕੀਤਾ ਹੈਗਾ ਕਿ ਅਸੀਂ $1,000 ਕੈਸ਼ ਦੇ ਦਿਆਂਗੇ ਹਰੇਕ ਜਿਹੜੇ ਬੰਦੇ ਨੂੰ। ਇਹ ਜਿਹੜਾ ਫੈਸਲਾ ਮੈਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਬਹੁਤ ਡੈਸਪਰੇਟ ਡਿਸੀਜਨ ਲੱਗਿਆ ਵੀ ਜਿਸ ਤਰ੍ਹਾਂ ਆਪਣੇ ਇੰਡੀਆ ਪਾਕਿਸਤਾਨ ਦੇ ਵਿੱਚ ਅਸੀਂ ਹਜ਼ਾਰ ਰੁਪਏ ਦੇ ਵਿੱਚ ਵੋਟਾਂ ਖਰੀਦੀ ਦੀਆਂ ਇਲੈਕਸ਼ਨਾਂ ਤੋਂ ਇੱਕ ਦਿਨ ਪਹਿਲਾਂ, ਉਹ ਜਾਂ ਮੈਨੂੰ ਕੋਈ ਇਹਨਾਂ ਦਾ ਫੈਸਲਾ ਲੱਗਿਆ ਕਿ ਵੀ ਇਹ $1,000 ਵੰਡ ਦਿਓ ਸਾਰਿਆਂ ਨੂੰ ਤੇ ਲੋਕ ਇਹਦੇ ਤੋਂ ਅਟਰੈਕਟ ਹੋ ਕੇ ਜਿਹੜੀ ਸਾਨੂੰ ਵੋਟਾਂ ਪਾ ਦੇਣਗੇ। ਪਰ ਮੈਂ ਇਹ ਦੱਸਣਾ ਚਾਹੁੰਦਾ, ਜਿਹੜਾ PST ਦਾ ਫੈਸਲਾ ਇਹ ਨਾ ਕਿ ਤੁਹਾਡੀ ਜੇਬ ਦੇ ਵਿੱਚ ਜ਼ਿਆਦਾ ਮਨੀ ਪਾਏਗਾ, ਤਕਰੀਬਨ $1,700 ਜਿਹੜਾ ਹਰੇਕ ਫੈਮਿਲੀ ਨੂੰ, ਜਿਹੜਾ ਹਰੇਕ ਮੈਂਬਰ ਨੂੰ ਸਾਲ ਦਾ ਸੇਵ ਹੋਏਗਾ, ਪਰ ਉਹਦੇ ਨਾਲ ਅਗਲੇ ਸਾਲ ਫਿਰ ਦੁਬਾਰਾ ਤੁਹਾਨੂੰ $800 ਤੋਂ $900 ਜਿਹੜੇ ਸੇਵ ਹੋਣੇ ਆ। ਸੋ ਟੋਟਲ ਜਿਹੜੇ $2,600 ਦੀ ਅਸੀਂ ਸੇਵਿੰਗ ਦੀ ਗੱਲ ਕਰ ਰਹੇ ਹਾਂ, along with saving all the small businesses in BC। ਔਰ ਇਹ ਬਹੁਤ ਇੰਪੋਰਟੈਂਟ ਇੱਕ ਆਰਗੂਮੈਂਟ ਹੈਗਾ ਜਿਹੜਾ ਅਸੀਂ ਕਰਦੇ ਹਾਂ, ਜਿਹੜਾ NDP ਸਰਕਾਰ ਕਹਿ ਰਹੀ ਹੈ ਵੀ ਅਸੀਂ ਕੈਸ਼ ਇਕਨੋਮੀ ਦੇ ਵਿੱਚੋਂ ਕੱਢ ਕੇ ਤੇ ਕੈਸ਼ ਲੋਕਾਂ ਨੂੰ ਵੰਡ ਦੇਣਾ। ਉਹਦੇ ਵਿੱਚ ਜਿਹੜੀ ਆਪਣੀ ਇਕਨੋਮੀ ਆ ਉਹਨੂੰ ਕਿਤੇ ਵੀ ਬੂਸਟ ਨਹੀਂ ਮਿਲਣਾ। ਜਿਹੜੇ ਸਮਾਲ ਬਿਜ਼ਨੈਸਿਸ COVID-19 ਕਰਕੇ ਇਫੈਕਟ ਹੋਏ ਆ, ਕਾਫੀ ਸਾਰੇ ਬੰਦ ਹੋ ਗਏ ਔਰ ਕਾਫੀ ਸਾਰੇ ਸਮਾਲ ਬਿਜ਼ਨੈਸਿਸ ਹੋਰ ਬੰਦ ਹੋਣਗੇ। ਜਿਹੜੀ PST ਰਿਬੇਟ ਦੇ ਨਾਲ ਉਹ ਜਿਹੜੇ ਸਮਾਲ ਬਿਜ਼ਨਸ ਹੈਗੇ ਉਹਨਾਂ ਨੂੰ ਬੂਸਟ ਮਿਲੇਗਾ।
ਦੁਬਾਰਾ ਜਿਹੜੇ ਉਹਨਾਂ ਦੇ ਕੰਮ ਕਾਜਾਂ ਦੇ ਵਿੱਚ ਆਪਣੇ ਅਟਰੈਕਟ ਹੋਣਗੇ ਲੋਕੀ, ਜਾਂ ਜਿਹੜੇ ਅਸੀਂ ਸਪੈਸ਼ਲੀ ਜਿਹੜਾ 2% ਸਮਾਲ ਬਿਜ਼ਨਸ ਟੈਕਸ, ਜਿਹੜਾ ਇਨਕਮ ਟੈਕਸ ਐਲੀਮੀਨੇਟ ਕੀਤਾ ਹੈਗਾ, ਉਹਦੇ ਨਾਲ ਜਿਹੜਾ ਹੋਟਲ ਇੰਡਸਟਰੀ, ਟੂਰਿਜ਼ਮ ਇੰਡਸਟਰੀ, ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ। ਲੋਕੀ ਜਿਹੜੇ ਬਾਹਰਲੇ ਸੂਬਿਆਂ ਦੇ ਵਿੱਚੋਂ ਅਟਰੈਕਟ ਹੋ ਕੇ ਇੱਥੇ ਆਉਣਗੇ। ਜਿਹੜਾ PST ਰਿਬੇਟ ਹੈਗਾ, ਇਹਦੇ ਵਿੱਚ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ, ਜਿਹੜੀ ਘਰਾਂ ਦੀ ਕੰਸਟਰਕਸ਼ਨ ਹੈਗੀ ਆ, ਆਮ ਘਰ ਦੀ ਕੰਸਟਰਕਸ਼ਨ ਦੇ ਵਿੱਚ $19,000 ਜਿਹੜਾ ਇੱਕ ਬਿਲਡਰ ਨੂੰ ਸੇਵ ਹੋ ਰਿਹਾ ਹੈਗਾ। ਉਹ $19,000 ਘਰ ਦੀ ਜਦੋਂ ਕੰਸਟਰਕਸ਼ਨ ਕਾਸਟ ਵਿੱਚ ਸੇਵ ਹੋ ਰਿਹਾ, ਤਾਂ ਉਹ ਜਿਹੜਾ ਬੈਨੀਫਿਟ ਹੈ ਉਹ ਬਾਹਰ ਕੋਲੇ ਜਾਏਗਾ। ਅਲਟੀਮੇਟਲੀ ਤਾਂ ਹਾਊਸਿੰਗ ਜਿਹੜੀ ਅਫੋਰਡੇਬਿਲਟੀ ਪ੍ਰਾਈਸਿੰਗ ਜਿਹੜੀ ਉਹਦੀ ਥੱਲੇ ਆਏਗੀ, ਚਾਹੇ ਉਹ ਆਪਾਂ ਟਾਊਨ ਹਾਊਸਿਸ ਦੀ ਗੱਲ ਕਰ ਲਈਏ, ਚਾਹੇ ਆਪਾਂ ਕੰਡੋਮੀਨੀਅਮਸ ਦੀ ਗੱਲ ਕਰੀਏ। ਹਰੇਕ ਕੰਸਟਰਕਸ਼ਨ ਕਾਸਟ ਜਿਹੜੀ ਉਹ ਹਰੇਕ ਪਾਸਿਓਂ ਘਟੇਗੀ। ਉਹਦੇ ਨਾਲ ਜੌਬ ਕ੍ਰੀਏਟਸ ਹੋਣਗੀਆਂ ਕੰਸਟਰਕਸ਼ਨ ਇੰਡਸਟਰੀ ਵਿੱਚ। ਬਾਹਰੋਂ ਜਿਹੜੇ ਇਨਵੈਸਟਰ ਦੂਜੇ ਸੂਬਿਆਂ ਦੇ ਵਿੱਚੋਂ ਆ ਕੇ ਇੱਥੇ BC ਦੇ ਵਿੱਚ ਇਨਵੈਸਟ ਕਰਨਗੇ, ਤੁਹਾਡੀ ਇਕਨੋਮੀ ਜਿਹੜੀ ਬੂਸਟ ਹੋਏਗੀ। ਸੋ ਰਾਦਰ ਦੈਨ ਜਸਟ ਥਰੋਇੰਗ ਦਾ ਮਨੀ ਆਊਟ ਟੂ ਗ੍ਰੈਬ ਵੋਟਸ, I think this is the best platform that any government can announce to. ਤੇ ਗੱਲ ਜੇ ICBC ਦੀ ਗੱਲ ਕਰੀਏ ਵੀ ICBC ਇੰਸ਼ੋਰੈਂਸ ਕੰਪਨੀ ਆ ਜਿਹਦੀ ਜਿਹੜੀਆਂ ਕੀਮਤਾਂ ਨੇ ਨਾ ਕੈਨੇਡਾ ਦੇ ਵਿੱਚ ਸਾਰੀ ਕੰਟਰੀ ਦੇ ਨਾਲੋਂ ਜਿਹੜੇ ਹਾਈਐਸਟ ਰੇਟ ਨੇ ਇਹਦੇ, ਇੱਕ ਕਿਸਮ ਦੀ ਡੋਮੀਨੇਟ ਹੀ ਕਰ ਰਹੀ ਆ ਇਹ ਕੰਪਨੀ। ਇੰਸ਼ੋਰੈਂਸਿਸ ਇੰਨੀਆਂ ਵੱਧ ਨੇ ਲੋਕਾਂ ਦੀਆਂ, ਬਹੁਤ ਸਾਰੇ ਲੋਕ ਅਫੋਰਡ ਨਹੀਂ ਕਰ ਸਕਦੇ, ਖਾਸ ਕਰਕੇ ਜਿਹੜੇ ਨਵੇਂ ਡਰਾਈਵਰ ਹੁੰਦੇ ਆ, ਬੱਚੇ ਅੱਜ ਕੱਲ੍ਹ ਨਵੇਂ ਲਾਇਸੈਂਸ ਲੈਂਦੇ ਆ, ਉਹਨਾਂ ਦੀ ਇੰਸ਼ੋਰੈਂਸ ਬਹੁਤ ਹੀ ਜ਼ਿਆਦਾ ਆ। ਅਤੇ ਐਂਡਰੂ ਵਿਲਕਨ ਸਾਹਿਬ ਨੇ ਕਿਹਾ ਕਿ ਉਹ ਕੰਪੀਟੀਸ਼ਨ ਲੈ ਕੇ ਆਉਣਗੇ ਅਗਰ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਗਵਰਨਮੈਂਟ ਫਾਰਮ ਕਰ ਲੈਂਦੀ ਆ ਤਾਂ। ਅਤੇ ਉੱਧਰੋਂ NDP ਦੇ ਲੀਡਰ ਜੌਨ ਹੋਰਗਨ ਸਾਹਿਬ ਨੇ ਵੀ ਕਿਹਾ ਕਿ 20% ਮਈ 1 ਤੋਂ ਡਿਸਕਾਊਂਟ ਹੋ ਜਾਏਗਾ ਇੰਸ਼ੋਰੈਂਸ ਦੇ ਵਿੱਚ। ਸੋ ਇਹ ਦੇਖਣ ਨੂੰ ਤਾਂ ਬਹੁਤ ਚੰਗਾ ਲੱਗਦਾ ਕਿ ਈਦਰ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਆ ਅਤੇ ਲੋਕਾਂ ਦਾ ਫਾਇਦਾ ਹੋਣ ਵਾਲਾ ਕਾਰ ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ, ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ। ਅਤੇ ਤੁਸੀਂ ਇਸ ਦੇ ਬਾਰੇ ਐਕਸਪੈਂਡ ਕਰਕੇ ਕੀ ਦੱਸਣਾ ਚਾਹੋਗੇ ਸਾਡੇ ਸਰੋਤਿਆਂ ਨੂੰ ਇਸ ਵਕਤ? ਪਹਿਲਾਂ ਤਾਂ ਮਾਨਯੋਗ ਜੌਨ ਹੋਰਗਨ ਸਾਹਿਬ ਦੀ ਸਟੇਟਮੈਂਟ ਦੇ ਉੱਤੇ ਮੈਂ ਟਿੱਪਣੀ ਕਰਦਾ। ਉਹਨਾਂ ਨੇ ਲਾਸਟ ਟਾਈਮ ਜਿਹੜੇ ਬ੍ਰਿਜਿਸ ਦੇ ਉੱਤੋਂ ਟੋਲ ਚੱਕੇ, ਉਹਦਾ ਜਿਹੜਾ ਸਾਰਾ ਖਰਚਾ ਸੀਗਾ ਉਹ ਲਿਆ ਕੇ ICBC ਪ੍ਰੀਮੀਅਮ ਦੇ ਉੱਤੇ ਮੜਤਾ ਜੀ। ਸੋ ਜਿਹੜੇ ICBC ਪ੍ਰੀਮੀਅਮ ਤੁਹਾਡੇ ਸੀਗੇ ਉਹ 39% ਇਨਕਰੀਜ਼ ਹੋਏ ਆ ਪਿਛਲੇ 3 ਸਾਲਾਂ ਦੇ ਵਿੱਚ। ਇਹ ਤੁਹਾਡੇ ਸਾਰੇ ਜਿੰਨੇ ਵੀ ਲਿਸਨਰਸ ਹੈਗੇ ਆ, ਵਿਊਅਰਸ ਹੈਗੇ ਆ, ਸਾਰਿਆਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈਗਾ ਵੀ ਜਿਹੜਾ ICBC ਪ੍ਰੀਮੀਅਮ ਆ ਉਹ 39% ਪਿਛਲੇ 3 ਸਾਲਾਂ ਦੇ ਵਿੱਚ ਵੱਧ ਗਿਆ। ਜੇ ਇਹ 20% ਹੁਣ ਆ ਕੇ ਮੰਨ ਲਓ ਆਪਾਂ ਕਹਿ ਦਿੰਨੇ ਵੀ ਦੁਬਾਰਾ ਇਹ ਸਰਕਾਰ ਆ ਜਾਂਦੀ ਆ ਮੈਜੋਰਟੀ ਦੇ ਵਿੱਚ, 20% ਉਹਦੇ ਵਿੱਚੋਂ ਰਿਬੇਟ ਦੇ ਦਿੰਦੇ ਆ, ਉਹ 20% ਦੀ ਜਿਹੜੀ ਮਨੀ ਆ ਉਹ ਆਉਣੀ ਕਿੱਥੋਂ ਆ? ਮੈਨੂੰ ਮਾਨਯੋਗ ਜੌਨ ਹੋਰਗਨ ਸਾਹਿਬ ਦੱਸਣਗੇ ਭਲਾ ਵੀ ਇਹਨਾਂ ਕੋਲੇ ਕੋਈ ਇਹੋ ਜਿਹਾ ਪਲਾਨ ਹੈਗਾ ਜਿੱਥੋਂ ਇਹ ਮਨੀ ਵਾਪਸ ਆਉਣੀ ਹੈਗੀ ਆ ਸੂਬੇ ਦੇ ਹੱਥ ਦੇ ਵਿੱਚ। ਜਿਹੜੀ BC ਲਿਬਰਲ ਗਵਰਨਮੈਂਟ ਦਾ ਫੈਸਲਾ ਹੈਗਾ ਵੀ ICBC ਇੰਟੈਕਟ ਰਹੇਗੀ। ਅਸੀਂ ਉਹਦੇ ਨਾਲ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਆਪਣੇ BC ਦੇ ਵਿੱਚ ਵੈਲਕਮ ਕਰਾਂਗੇ, ਤਾਂ ਕਿ ਜਿਹੜਾ ਜਦੋਂ ਕੰਪੀਟੀਸ਼ਨ ਵੱਧਦਾ ਹੈਗਾ ਉਹਦੇ ਵਿੱਚ ਜਿਹੜੀ ਮੋਨੋਪੋਲੀ ਖਤਮ ਹੁੰਦੀ ਆ, ਪ੍ਰਾਈਸਿਸ ਆਟੋਮੈਟਿਕਲੀ ਥੱਲੇ ਆਉਂਦੇ ਹੈਗੇ ਆ। ਉਹਦੇ ਵਿੱਚ ਕੀ ਹੋਏਗਾ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹ ਵੀ ਟੈਕਸ ਦੇ ਰਹੀਆਂ ਹੈਗੀਆਂ, ਜਦੋਂ ਸੂਬੇ ਦੇ ਵਿੱਚ ਆ ਰਹੀਆਂ ਉਹਨਾਂ ਕੋਲੇ ਅਸੀਂ ਜ਼ਿਆਦਾ ਟੈਕਸ ਲਾ ਕੇ ਉਹਨਾਂ ਦੇ ਉੱਤੇ, ਪ੍ਰਾਈਵੇਟ ਕੰਪਨੀਆਂ ਦੇ ਉੱਤੇ ਸਰਕਾਰ ਦੀ ਜਿਹੜੀ ਇਨਕਮ ਹੈ ਉਹਦੇ ਵਿੱਚ ਵਾਧਾ ਕਰਨਾ, ਘਾਟਾ ਨਹੀਂ ਹੋਣਾ। ਜਿਹੜੀ ਤੁਹਾਡੀ ਜੇਬ ਦੇ ਵਿੱਚੋਂ ਮਨੀ ਜਾਣੀ ਆ ਉਹ ਜ਼ਰੂਰ ਘਟ ਜਾਏਗੀ, ਕਿਉਂਕਿ ਜੇ ਆਪਾਂ ICBC ਪ੍ਰੀਮੀਅਮਸ ਦੀ ਗੱਲ ਕਰੀਏ ਤਾਂ ਜਿਹੜਾ ਜਦੋਂ ਕੰਪੀਟੀਸ਼ਨ ਹੋਇਆ ਆਟੋਮੈਟਿਕਲੀ ਮਨੀ ਘਟ ਜਾਣੀ ਆ, ਪਰ ਨਾਲ ਹੀ ਸਾਡੀ ਇਨਕਮ ਵੱਧ ਜਾਏਗੀ, ਕਿਉਂਕਿ ਕੰਪੀਟੀਸ਼ਨ ਦੇ ਵਿੱਚ ਜਦੋਂ ਕੰਪਨੀਆਂ ਪ੍ਰਾਈਵੇਟ ਆਈਆਂ ਉਹਨਾਂ ਨੇ ਸਾਨੂੰ ਟੈਕਸ ਪੇ ਕਰਨੇ ਹੈਗੇ ਗਵਰਨਮੈਂਟ ਨੂੰ। ਉਹਦੇ ਨਾਲ ਜਿਹੜੇ ਨਵੇਂ ਡਰਾਈਵਰ ਹੈਗੇ ਆਪਣੇ ਇੱਥੋਂ ਦੇ ਜੰਪਲ ਬੱਚੇ ਹੈਗੇ ਆ, ਜਦੋਂ 17 ਸਾਲ ਦਾ ਬੱਚਾ ਹੋ ਜਾਂਦਾ ਆਪਣੇ ਲਾਇਸੈਂਸ ਲਈ ਅਪਲਾਈ ਕਰਦਾ ਹੈਗਾ, ਸਾਡੀ ਗਵਰਨਮੈਂਟ ਦਾ ਇਹ ਜਿਹੜਾ ਐਲਾਨ ਹੈ, ਸਾਡਾ ਇਲੈਕਸ਼ਨ ਪਲੇਟਫਾਰਮ ਹੈਗਾ ਵੀ ਉਹਨਾਂ ਬੱਚਿਆਂ ਨੂੰ ਅਸੀਂ 2 ਸਾਲ ਦੇ ਰਿਬੇਟ ਤੋਂ ਰਾਈਟ ਵੇ ਸਟਾਰਟ ਕਰਨਾ। ਰਾਈਟ ਨਾਓ ਉਹਨਾਂ ਦਾ ਰਿਬੇਟ 0 ਹੈਗਾ। ਬੱਚੇ ਆਪਣੇ ਯੂਨੀਵਰਸਿਟੀ ਲੈਵਲ ਤੇ ਜਾਂਦੇ ਆ, ਸਟੂਡੈਂਟ ਲੋਨ ਚੱਕਦੇ ਆ, ਉਹਦੇ ਨਾਲ ਹੀ $4-5 ਦਾ ਜਿਹੜਾ ਆਪਣੇ ਈਅਰਲੀ ਕਾਰ ਦਾ ਜਿਹੜਾ ਪ੍ਰੀਮੀਅਮ ਦੇ ਰਹੇ ਹੈਗੇ ਆ ਉਹਨਾਂ ਲਈ ਬਹੁਤ ਹੀ ਔਖਾ ਹੋ ਜਾਂਦਾ। ਸੋ ਸਾਡੀ ਗਵਰਨਮੈਂਟ ਦਾ ਫੈਸਲਾ ਹੈਗਾ ਵੀ ਅਸੀਂ ਉਹਨਾਂ ਨੂੰ 2 ਸਾਲ ਦੇ ਐਕਸਪੀਰੀਅੰਸ ਤੋਂ ਰਾਈਟ ਵੇ ਸਟਾਰਟ ਕਰਨਾ ਡਿਸਕਾਊਂਟ ਤੋਂ,
ਤੇ ਜਿੱਦਾਂ ਹੀ ਉਹਨਾਂ ਦੀ ICBC ਮੋਟਰ ਵਹੀਕਲ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਦੀਆਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਹੋ ਜਾਂਦੀਆਂ ਤਾਂ ਅਸੀਂ ਜਿਹੜਾ ਡਿਸਕਾਊਂਟ ਆ ਉਹ 4 ਸਾਲ ਦਾ ਕਰ ਦੇਣਾ, ਯਾਨੀ ਕਿ 20% ਡਿਸਕਾਊਂਟ ਤੋਂ ਜਿਹੜੇ ਬੱਚੇ ਉਹ ਆਪਣਾ ਪ੍ਰੀਮੀਅਮ ਸਟਾਰਟ ਕਰਨਗੇ। ਸੋ 20% ਜੇ ਆਪਾਂ 4000 ਪ੍ਰੀਮੀਅਮ ਦੀ ਵੀ ਗੱਲ ਕਰੀਏ ਤਾਂ $800 ਜਿਹੜਾ ਉਹਨਾਂ ਨੂੰ ਸਾਲ ਦਾ ਜਿਹੜਾ ਡਿਸਕਾਊਂਟ ਅਸੀਂ ਪ੍ਰੋਵਿੰਸ਼ੀਅਲ ਆਪਣੇ ਗਵਰਨਮੈਂਟ ਨੇ ਦੇਣਾ ਹੈਗਾ ਜੀ, ਜੇ BC ਲਿਬਰਲ ਗਵਰਨਮੈਂਟ ਜਿਹੜੀ ਪਾਵਰ ਦੇ ਵਿੱਚ ਆਉਂਦੀ ਹੈਗੀ। ਬਿਜ਼ਨਸ ਦਾ, ਟੈਕਸੀ ਇੰਡਸਟਰੀ ਦਾ। ਟੈਕਸੀ ਇੰਡਸਟਰੀ ਨੂੰ NDP ਨੇ ਪਿਛਲੀ ਵਾਰ ਕਾਫੀ ਵਾਅਦੇ ਕੀਤੇ ਸੀ ਕਿ ਅਗਰ ਅਸੀਂ ਸੱਤਾ ਦੇ ਵਿੱਚ ਆ ਜਾਂਦੇ ਹਾਂ ਤਾਂ ਅਸੀਂ ਜਿਹੜੀ ਊਬਰ ਤੇ ਲਿਫਟ ਉਹ ਨਹੀਂ ਲਿਆਵਾਂਗੇ। ਪਰ ਹੋਇਆ ਕਿ ਉਹ ਸੱਤਾ ਦੇ ਵਿੱਚ ਵੀ ਆ ਗਏ ਤੇ ਊਬਰ ਤੇ ਲਿਫਟ ਵੀ ਲੈ ਆਂਦੀ ਤੇ ਟੈਕਸੀ ਡਰਾਈਵਰ ਜਿਹੜੇ ਬਹੁਤ ਸਾਰੇ ਪੰਜਾਬੀ ਭਾਈ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਲੋਕ ਨੇ ਜਿਹੜੇ ਟੈਕਸੀ ਚਲਾਉਂਦੇ ਨੇ, ਭਾਵੇਂ ਉਹ ਕਿਸੇ ਵੀ ਸਰੀ ਦੇ ਕਿਸੇ ਵੀ ਏਰੀਏ 'ਚ ਰਹਿ ਰਹੇ ਨੇ ਜਾਂ ਹੋਰ ਸ਼ਹਿਰਾਂ ਦੇ ਵਿੱਚ ਵੀ ਰਹਿ ਰਹੇ ਨੇ ਆਲੇ ਦੁਆਲੇ, ਉਹ ਬਹੁਤ ਸਾਰੇ ਲੋਕ ਆ ਜਿਹੜੇ ਟੈਕਸੀ ਦੇ ਸਿਰ ਤੇ ਆਪਣੇ ਟੱਬਰਾਂ ਦੀ ਪਾਲਣਾ ਪੋਸ਼ਣਾ ਕਰ ਰਹੇ ਨੇ। ਪਰ ਊਬਰ ਤੇ ਲਿਫਟ ਦੇ ਆਉਣ ਦੇ ਨਾਲ ਉਹਨਾਂ ਦੇ ਬਿਜ਼ਨਸ ਨੂੰ ਓਬਵੀਅਸਲੀ ਧੱਕਾ ਲੱਗਾ। ਇੱਕ ਤਾਂ COVID-19 ਦੇ ਚੱਲਦਿਆਂ ਵੈਸੇ ਬਿਜ਼ਨਸਿਸ ਲੋ ਨੇ, ਉਤੋਂ ਊਬਰ ਐਂਡ ਲਿਫਟ ਨੇ ਉਹਨਾਂ ਦਾ ਬਿਜ਼ਨਸ ਖਿੱਚ ਲਿਆ। ਤੇ ਅਗਰ ਤੁਸੀਂ ਹੁਣ ਲਿਬਰਲਸ ਸੱਤਾ ਦੇ ਵਿੱਚ ਆ ਜਾਂਦੇ ਨੇ ਤੇ ਲਿਬਰਲ ਕੀ ਕਰਨਗੇ ਤਾਂ ਕਿ ਟੈਕਸੀ ਇੰਡਸਟਰੀ ਆ ਜਿਹੜੀ ਉਸ ਦਾ ਵੀ ਨੁਕਸਾਨ ਨਾ ਹੋਵੇ, ਉਹਨਾਂ ਦੀ ਵੀ ਲੁੱਕ ਆਫਟਰ ਕਿਸੇ ਤਰ੍ਹਾਂ ਕਰਨ ਦੇ ਲਈ ਤੁਹਾਡੇ ਕੋਲ ਪਲਾਨ ਹੈ ਕੋਈ? ਕਮਲ ਜੀ, ਸਾਡੇ ਜਿਹੜੇ ਮਾਨਯੋਗ ਮਿਸਟਰ ਐਂਡਰਿਊ ਵਿਲਕਿੰਸਨ ਹੈਗੇ ਆ, ਉਹਨਾਂ ਨੇ ਮੀਟਿੰਗ ਕੀਤੀ ਆ ਟੈਕਸੀ ਇੰਡਸਟਰੀ ਦੀਆਂ ਜਿੰਨੀਆਂ ਵੀ ਇੱਥੋਂ ਦੇ ਵੱਡੇ ਅਦਾਰੇ ਸੀਗੇ, ਉਹਨਾਂ ਦੀਆਂ ਯੂਨੀਅਨ ਪ੍ਰੈਜ਼ੀਡੈਂਟਸ ਜਿਹੜੇ ਸੀਗੇ ਜਾਂ ਕੰਪਨੀਆਂ ਦੇ ਜਿਹੜੇ ਮਾਲਕ ਸੀਗੇ, ਤਕਰੀਬਨ 20 ਤੋਂ 25 ਜਿਹੜੀ ਕੰਪਨੀਆਂ ਦੇ ਜਿਹੜੇ ਓਨਰ ਉੱਥੇ ਮੌਜੂਦ ਸੀਗੇ। ਉਹਦੇ ਨਾਲ ਹੀ ਸਾਡੇ ਜਿੰਨੇ ਵੀ ਸਰੀ ਦੇ 9 ਦੇ 9 ਜਿਹੜੇ ਕੈਂਡੀਡੇਟ ਲਿਬਰਲ ਉਮੀਦਵਾਰ ਜਿਹੜੇ ਸਾਰੇ ਉੱਥੇ ਮੌਜੂਦ ਸੀਗੇ। ਅਸੀਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਜਿਹੜੀਆਂ ਉਹਨਾਂ ਦੇ ਉੱਤੇ ਬਹੁਤ ਜਿਹੜੀ ਗੰਭੀਰਤਾ ਨਾਲ ਜਿਹੜਾ ਉਸ ਦਿਨ ਵਿਚਾਰ ਵਟਾਂਦਰਾ ਕੀਤਾ, ਇੱਕ ਲਿਸਟ ਕੰਪਾਈਲ ਕੀਤੀ ਵੀ ਉਹਨਾਂ ਦੀ ਕੀ ਡਿਮਾਂਡਸ ਹੈਗੀਆਂ, ਔਰ ਉਹਦੇ ਉੱਤੇ ਜਿਹੜਾ ਇਸ ਟਾਈਮ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਕੰਮ ਚੱਲ ਰਿਹਾ ਹੈਗਾ। ਔਰ ਅਸੀਂ ਆਉਂਦੇ ਕੁਝ ਦਿਨਾਂ ਦੇ ਵਿੱਚ ਇੱਕ ਆਪਣਾ ਇਲੈਕਸ਼ਨ ਪਲੇਟਫਾਰਮ ਦੇ ਤੌਰ ਦੇ ਉੱਤੇ ਉਹ ਜਿਹੜਾ ਅਸੀਂ ਟੈਕਸੀ ਇੰਡਸਟਰੀ ਲਈ ਕੀ ਕਰਨਾ ਜਾਂ ਕੀ ਕਰਨਾ ਚਾਹੁੰਦੇ ਹਾਂ, ਉਹ ਜਿਹੜਾ ਪਲੇਟਫਾਰਮ ਅਸੀਂ ਬਣਾ ਕੇ ਰੱਖਣਾ ਹੈਗਾ। ਸਿਰਫ ਇੰਨਾ ਦੱਸਣਾ ਚਾਹੁੰਦਾ ਵੀ ਟੈਕਸੀ ਇੰਡਸਟਰੀ ਨੂੰ ਬਹੁਤ ਹੀ ਜ਼ਿਆਦਾ ਝੂਠੇ ਵਾਅਦੇ, ਔਰ ਤੀਜਾ ਝੂਠਾ ਵਾਅਦਾ ਸੀਗਾ ਜਿਹੜਾ ਪਿਛਲੀ ਵਾਰੀ NDP ਸਰਕਾਰ ਦਾ, ਜਿਹਦੇ ਕਰਕੇ ਕਿ ਬਹੁਤ ਜ਼ਿਆਦਾ ਜਿਹੜਾ ਭਾਈਚਾਰਾ ਜਿਹੜਾ ਸਪੈਸ਼ਲੀ ਜੇ ਆਪਾਂ ਸਰੀ ਫਲੀਟਵੁੱਡ ਦੀ ਗੱਲ ਕਰੀਏ, ਇੱਥੇ ਜਿਹੜੇ ਟੈਕਸੀ ਚਾਲਕਾਂ ਦਾ, ਟੈਕਸੀ ਮਾਲਕਾਂ ਦਾ ਜਿਹੜਾ ਐਸ ਮੇਰੀ ਕੌਂਸਟੀਟੂਐਂਸੀ ਦੇ ਵਿੱਚ ਰਹਿ ਰਹੇ ਹੈਗੇ ਆ, ਉਹਨਾਂ ਨੇ ਬਹੁਤ ਹੀ ਜ਼ਿਆਦਾ ਜ਼ੋਰ ਲਾ ਕੇ ਜਿਹੜਾ ਮਾਨਯੋਗ ਜਗਰੂਪ ਸਿੰਘ ਬਰਾੜ ਹੋਰਾਂ ਨੂੰ ਇੱਥੋਂ ਜਿਹੜਾ ਦੁਬਾਰਾ ਆਪਦਾ ਨੁਮਾਇੰਦਾ ਚੁਣ ਕੇ ਭੇਜਿਆ, ਕਿਉਂਕਿ ਉਹ ਤੇ ਉਹਨਾਂ ਦੇ ਜਿੰਨੇ ਵੀ ਸਹਿਯੋਗੀ ਸੀਗੇ ਤੇ ਉਹਨਾਂ ਦੇ ਲੀਡਰ ਜਿਹੜੇ ਜੌਨ ਹੌਰਗਨ ਸਾਹਿਬ, ਸਾਰਿਆਂ ਨੇ ਇਹੀ ਕਿਹਾ ਜੀ BC ਲਿਬਰਲ ਨੇ ਤਾਂ ਊਬਰ ਲਿਆਉਣੀ ਹੈ ਇੱਥੇ, ਤੁਸੀਂ ਸਾਡੀ ਸ਼ਿਪ ਤੇ ਆ ਕੇ ਬੈਠੋ, ਅਸੀਂ ਊਬਰ ਨੂੰ ਰੋਕ ਦਿਆਂਗੇ, ਅਸੀਂ ਲਿਫਟ ਨੂੰ ਰੋਕ ਦਿਆਂਗੇ, ਅਸੀਂ ਤੁਹਾਡੀ ਬਾਂਹ ਫੜਾਂਗੇ। ਹੋਇਆ ਕਿ ਜੀ ਊਬਰ ਤਾਂ ਇੱਥੇ 3 ਹਫ਼ਤਿਆਂ ਬਾਅਦ ਆ ਗਈ ਜਿੱਦਾਂ ਹੀ ਸਰਕਾਰ ਪਾਵਰ 'ਚ ਆਈ। ਸੋ ਉਹਨਾਂ ਦਾ ਜਿਹੜਾ ਵਾਅਦਾ ਸੀਗਾ, ਜਿਹੜਾ ਉਹ ਟੈਕਸੀ ਇੰਡਸਟਰੀ ਦੇ ਭਰਾਵਾਂ ਨਾਲ ਕੀਤਾ ਗਿਆ, ਉਹ ਕਿੱਥੇ ਗਿਆ ਜੀ ਵਾਅਦਾ। ਸੋ ਇਹ ਮੈਂ ਫਿਰ ਦੁਬਾਰਾ ਇਹੀ ਗੱਲ ਰਿਪੀਟ ਕਰਦਾ, ਡੂ ਨਾਟ ਗੈਟ ਇਨ ਦੈਟ ਟ੍ਰੈਪ ਅਗੇਨ ਵੋਟਰਸ। ਜਿਹੜੇ ਤੁਸੀਂ ਆਪਣੇ ਇਸਤੇਮਾਲ ਕਰੋ ਜੋ ਆਪਣੀ ਮੈਕਸੀਮਮ ਸੂਝ ਹੈਗੀ ਆ, ਤਾਂ ਕਿ ਤੁਸੀਂ ਇਨਫੋਰਮਡ ਹੋਵੋ ਵੀ ਕਿਹੜੀ ਸਰਕਾਰ ਹੈਗੀ ਆ, ਕਿਹੜੀ ਆਪਣੇ ਇੱਥੇ ਬਿਜ਼ਨਸ ਨੂੰ ਬੂਸਟ ਕਰ ਸਕਦੀ ਆ, ਕਿਹੜੀ ਸਰਕਾਰ ਹੈਗੀ ਆ ਜਿਹੜੀ ਤੁਹਾਡੀ ਐਕਚੁਅਲੀ ਬਾਂਹ ਫੜ ਕੇ ਬਿਨਾਂ ਕੋਈ ਫਾਲਸ ਪ੍ਰੋਮਿਸ ਕੀਤਿਆਂ ਤੁਹਾਡੇ ਹੱਕਾਂ ਲਈ ਕੰਮ ਕਰ ਸਕਦੀ ਆ। ਅਸੀਂ ਲਿਸਟ ਕੰਪਾਈਲ ਕਰ ਰਹੇ। ਇਹ ਕੱਲ ਇੱਕ ਡਿਬੇਟ ਦੇ ਵਿੱਚ ਮੇਰੇ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਹੈਗੇ, ਉਹਨਾਂ ਨੇ ਕਿਹਾ ਜੀ ਸਿਰਫ ਦੋ ਕੁ ਮੁੱਦੇ ਰਹਿ ਗਏ ਜੀ ਟੈਕਸੀ ਦੇ ਜਿਹੜੇ ਅਸੀਂ ਹੱਲ ਕਰਨੇ, ਜਿਹੜੇ ਉਹ ਹਲੇ ਕਰਨੇ ਆ। ਸੋ ਜਿਹੜੀ ਸਾਡੀ ਉਹਨਾਂ ਨਾਲ ਮੀਟਿੰਗ ਹੋਈ, ਉਹਦੇ ਵਿੱਚ ਤਕਰੀਬਨ 16-17 ਮੁੱਦੇ ਹਲੇ ਇਹਨਾਂ ਦੇ ਪੈਂਡਿੰਗ ਪਏ ਆ ਜੀ, ਜਿਨ੍ਹਾਂ ਦੇ ਉੱਤੇ ਜਿਹੜੀ ਗੱਲਬਾਤ ਬਹੁਤ ਹੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈਗੀ ਆ। 80% ਦੇ ਕਰੀਬ ਜਿਹੜੀਆਂ ਟੈਕਸੀਆਂ ਉਹ ਯਾਰਡਾਂ ਦੇ ਵਿੱਚ ਇਸ ਟਾਈਮ ਖੜੀਆਂ ਹੈਗੀਆਂ, ਕਾਫੀ ਜ਼ਿਆਦਾ ਉਹਨਾਂ ਦਾ ਖੜੀਆਂ ਤੇ ਖਰਚਾ ਪੈ ਰਿਹਾ ਹੈਗਾ। ਉਹਨਾਂ ਦੇ ਜਿਹੜੇ ICBC ਪ੍ਰੀਮੀਅਮਸ ਹੈ ਉਹ ਸਕਾਈ ਰਾਕਟ ਹੋ ਗਏ। ਜਿਹੜਾ ਮਿਨੀਮਮ ਉਹਦਾ ਮੀਟਰ ਦਾ ਰੇਟ ਹੈ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ। ਇਹਨਾਂ ਨੂੰ ਤਰਲਾਂਦਿਆਂ ਨੂੰ 3 ਸਾਲ ਹੋ ਗਏ ਵੀ ਜਿਹੜਾ ਮਿਨੀਮਮ ਰੇਟ ਹੈ, ਜੋ ਤੁਸੀਂ ਊਬਰ ਲਈ ਇੰਨਾ ਡਿਸਕਾਊਂਟ ਕਰ ਰਹੇ ਹੈਗੇ ਹੋ, ਇੰਨਾ ਕੁਛ ਉਹਨਾਂ ਨੂੰ ਟੈਕਸ ਡਿਬੇਟ ਕਰ ਰਹੇ ਹੋ, ਤੇ ਕੀ ਅਸੀਂ ਇੱਥੋਂ ਦੇ ਜਿਹੜੀ ਊਬਰ ਤਾਂ ਹੁਣ $multi-billion ਦੀ ਕੰਪਨੀ ਹੈਗੀ ਆ, ਉਹਨਾਂ ਨੂੰ ਇੰਨੇ ਪੈਸੇ ਦੀ ਲੋੜ ਨਹੀਂ ਜਿੰਨਾ ਕਿ ਰੋਜੀ ਰੋਟੀ ਲਈ, ਡੇ ਟੂ ਡੇ ਲਾਈਫ ਲਈ
ਸਾਡੇ ਜਿਹੜੀ ਟੈਕਸੀ ਇੰਡਸਟਰੀ ਦੇ ਟੈਕਸੀ ਭਰਾ ਹੈਗੇ ਆ, ਚਾਹੇ ਉਹ ਡਰਾਈਵਰ ਹੈ ਚਾਹੇ ਮਾਲਕ ਹੈ, ਜਿੰਨੀ ਇਹਨਾਂ ਨੂੰ ਉਸ ਮਨੀ ਦੀ ਲੋੜ ਹੈਗੀ ਆ। ਸੋ ਸਾਡਾ ਮਿਸਟਰ ਐਂਡਰਿਊ ਵਿਲਕਨਸਨ ਦਾ ਇਹ ਵਾਅਦਾ ਹੈਗਾ, ਆਉਂਦੇ ਕੁਝ ਦਿਨਾਂ ਦੇ ਵਿੱਚ ਅਸੀਂ ਆਪਣਾ ਇੱਕ ਇਲੈਕਸ਼ਨ ਪਲੇਟਫਾਰਮ ਦੇ ਤੌਰ ਤੇ ਉੱਤੇ ਇੱਕ ਸਟੇਟਮੈਂਟ ਲੈ ਕੇ ਆਵਾਂਗੇ, ਜਿਹਦੇ ਵਿੱਚ ਇਸ ਇੰਡਸਟਰੀ ਦੀਆਂ ਜਿੰਨੀਆਂ ਡਿਮਾਂਡਸ ਹੈਗੀਆਂ ਉਹਨਾਂ ਸਾਰੀਆਂ ਨੂੰ ਆਊਟਲਾਈਨ ਕਰਕੇ ਅਸੀਂ ਕਿਸ ਤਰ੍ਹਾਂ ਉਹਨਾਂ ਡਿਮਾਂਡਸ ਨੂੰ ਪੂਰਾ ਕਰਨਾ ਹੈਗਾ, ਇਹ ਆਉਂਦੇ ਸਮੇਂ ਦੇ ਵਿੱਚ ਬਹੁਤ ਹੀ ਜਲਦੀ ਅਸੀਂ ਜਿਹੜਾ ਇਹ ਅਨਾਉਂਸਮੈਂਟ ਕਰਾਂਗੇ ਜੀ। ਦਾ ਜਵਾਬ ਦੇਣ ਦੇ ਲਈ ਦੋਸਤੋ ਸਾਡੇ ਨਾਲ ਗੈਰੀ ਥਿੰਦ ਜੀ ਜੁੜੇ ਹੋਏ ਨੇ ਇਸ ਵਕਤ ਫਲੀਟਵੁੱਡ ਸਰੀ ਫਲੀਟਵੁੱਡ MLA ਲਈ ਖੜੇ ਨੇ, ਕਿਉਂਕਿ ਇਲੈਕਸ਼ਨਸ ਹੋਣ ਜਾ ਰਹੇ ਨੇ 24 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਸੋ ਪਿਛਲੇ ਵਕਤ ਅਸੀਂ NDP ਦੀ ਨੁਮਾਇੰਦੇ ਇੱਕ ਰਚਨਾ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਸੀ, ਤੁਹਾਡੇ ਰੂਬਰੂ ਉਹਨਾਂ ਨੂੰ ਕੀਤਾ ਸੀ, ਉਹਨਾਂ ਦੇ ਵਿਚਾਰ ਜਾਣੇ ਸੀ ਕਿ NDP ਕੀ ਕਰ ਰਹੀ ਆ, ਤੇ ਹੁਣ ਲਿਬਰਲ ਦੇ ਕੈਂਡੀਡੇਟ ਗੈਰੀ ਥਿੰਦ ਜੀ ਸਾਡੇ ਨਾਲ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਇਹੀ ਦੋ ਮੇਨ ਪਾਰਟੀਜ਼ ਨੇ BC ਦੇ ਵਿੱਚ। ਸੋ ਇਹਨਾਂ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਸੁਣ ਕੇ ਪਤਾ ਲੱਗ ਗਿਆ ਹੋਏਗਾ ਕਿ ਤੁਸੀਂ ਵੋਟ ਕਿਸ ਨੂੰ ਪਾਣੀ ਆ, ਆਈਡੀਆ ਤੁਹਾਨੂੰ ਲੱਗਣਾ ਸ਼ੁਰੂ ਹੋ ਗਿਆ ਹੋਏਗਾ ਹੁਣ ਤੱਕ। ਤੇ ਅਗਲਾ ਸਵਾਲ ਮੇਰਾ ਜਿਹੜਾ ਹੈਗਾ ਜੀ ਉਹ ਗੈਰੀ ਜੀ ਲਈ ਆ। ਗੈਰੀ ਜੀ ਤੁਸੀਂ ਅਸੀਂ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਮਹਿੰਗਾਈ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਆ, ਤੇ ਜਿਹੜੀ ਮਿਨੀਮਮ ਵੇਜ ਆ ਉਹ ਹਜੇ ਵੀ, ਹਾਲਾਂਕਿ ਵੈਸੇ ਇੱਕ ਥੋੜ੍ਹਾ ਜਿਹਾ ਇਹਨਾਂ ਨੇ ਗੁੱਡ ਸਟੈਪ ਕੀਤਾ ਸੀ NDP ਨੇ ਕਿ ਮਿਨੀਮਮ ਵੇਜ ਜਿਹੜੀ ਥੋੜ੍ਹੀ ਵਧਾਈ ਸੀ, $14.80 ਪਰ ਆਵਰ ਜਿਹੜੀ ਮਿਨੀਮਮ ਵੇਜ ਹੋ ਗਈ ਆ। ਪਰ ਅਗਰ ਦੇਖਿਆ ਜਾਵੇ ਮਹਿੰਗਾਈ ਨੂੰ ਦੇਖਦਿਆਂ ਹੋਇਆਂ ਇਹ ਇਨਫ ਪੇ ਨਹੀਂ ਹੈਗੀ ਆਮ ਲੋਕਾਂ ਦੇ ਲਈ। ਤੇ ਤੁਹਾਡੀ ਪਾਰਟੀ ਅਗਰ ਸੱਤਾ ਦੇ ਵਿੱਚ ਆ ਜਾਂਦੀ ਆ ਤੇ ਉਹ ਮਿਨੀਮਮ ਵੇਜ ਨੂੰ ਵਧਾਉਣ ਦੇ ਉਹਨਾਂ ਦੇ ਕੋਈ ਪਲਾਨਸ ਨੇ? ਦੇਖੋ ਭੈਣ ਜੀ, ਜੇ ਮਿਨੀਮਮ ਵੇਜ ਹੈਗੀ ਆ ਨਾ, ਆਪਾਂ ਨੂੰ ਇਹਦੇ ਵੱਲ ਨਹੀਂ ਧਿਆਨ ਦੇਣਾ ਚਾਹੀਦਾ। ਆਪਾਂ ਨੂੰ ਧਿਆਨ ਜਿੱਥੇ ਦੇਣ ਦੀ ਲੋੜ ਹੈਗੀ ਆ ਵੀ ਜਿਹੜਾ ਉਹ ਬਿਜ਼ਨਸ ਓਨਰ ਹੈਗਾ ਜਾਂ ਜਿਹੜਾ ਉਹ ਟ੍ਰੇਡਮੈਨ ਹੈਗਾ, ਕੀ ਉਹ ਅਫੋਰਡ ਕਰਦਾ ਹੈਗਾ $15 ਜਾਂ $17 ਜਾਂ $19 ਆਪਣੇ EMPLOYE ਨੂੰ ਪਰ ਆਵਰ ਪੇ ਕਰਨ ਦਾ? ਉਹ ਤਾਂ ਹੀ ਅਫੋਰਡ ਕਰ ਪਾਊਗਾ ਜੇ ਉਹਨੂੰ $15-17 ਤੋਂ ਵੱਧ ਦਾ ਜਿਹੜਾ ਪ੍ਰੋਫਿਟ ਹੋ ਰਿਹਾ ਉਸ ਟ੍ਰੇਡ ਦੇ ਵਿੱਚ। ਸੋ ਪਹਿਲਾਂ ਜ਼ਰੂਰਤ ਹੈਗੀ ਆ ਟ੍ਰੇਡਸ ਨੂੰ ਪ੍ਰਮੋਟ ਕਰਨ ਦੀ, ਪਹਿਲਾਂ ਜ਼ਰੂਰਤ ਹੈਗੀ ਆ ਇੱਥੇ ਇਕਨੋਮੀ ਨੂੰ ਬੂਸਟ ਕਰਨ ਦੀ। ਔਰ ਜਿਸ ਹਿਸਾਬ ਨਾਲ COVID-19 ਦਾ ਜਿਹੜਾ ਆਫਟਰ ਸ਼ੌਕ ਹੋਣਾ ਹੈਗਾ, ਜਿਸ ਹਿਸਾਬ ਨਾਲ ਆਪਣੀ ਇਕਨੋਮੀ ਜਿਹੜੀ ਇਸ ਟਾਈਮ ਥੱਲੇ ਗਈ ਹੋਈ ਆ, $12.5 ਬਿਲੀਅਨ, ਲੈਟ ਮੀ ਰਿਪੀਟ, ਨਾਟ ਮਿਲੀਅਨ, ਬਿਲੀਅਨ ਡਾਲਰ ਜਿਹੜਾ ਇਸ ਟਾਈਮ ਸੂਬੇ ਦਾ ਜਿਹੜਾ ਬਜਟ ਆ ਡੈਫਿਸਿਟ ਦੇ ਵਿੱਚ ਜਾ ਚੁੱਕਿਆ। ਉਹਦੇ ਵਿੱਚੋਂ ਬਾਹਰ ਤੁਸੀਂ ਕਿੱਦਾਂ ਨਿਕਲਣਾ ਹੈਗਾ? ਉਹਦੇ ਵਿੱਚ ਤੁਸੀਂ ਸਮਾਲ ਬਿਜ਼ਨਸਿਸ, ਜਿਹੜੀ ਕਿ 98% ਆਪਣੇ ਸਮਾਲ ਬਿਜ਼ਨਸਿਸ ਨਾਲ ਜਿਹੜੀ ਇਹ ਟੋਟਲ ਬਿਜ਼ਨਸ ਇੰਡਸਟਰੀ ਬਣੀ ਹੋਈ ਹੈਗੀ ਆ, ਤੇ ਉਹਨਾਂ ਨੂੰ ਤੁਸੀਂ ਕਿੱਦਾਂ ਥਰਾਈਵ ਕਰਨਾ ਹੈਗਾ, ਕਿੱਦਾਂ ਤੁਸੀਂ ਮੇਕ ਸ਼ੋਰ ਕਰਨਾ ਉਹ ਜਿਹੜੇ ਸਮਾਲ ਬਿਜ਼ਨਸਿਸ ਆ ਬੈਂਕਰਪਸੀ ਵੱਲ ਨਾ ਜਾਣ, ਕਿੱਦਾਂ ਤੁਸੀਂ ਜਿਹੜੀ ਕੰਸਟਰਕਸ਼ਨ ਇੰਡਸਟਰੀ ਆ ਉਹਨੂੰ ਦੁਬਾਰਾ ਤੁਸੀਂ ਬੂਸਟ ਕਰਨਾ ਹੈਗਾ, ਕਿੱਦਾਂ ਤੁਸੀਂ ਬਾਹਰੋਂ ਨਿਵੇਸ਼ ਜਿਹੜੇ ਹੈਗੇ ਦੂਜੇ ਸੂਬਿਆਂ ਦੇ ਵਿੱਚੋਂ ਉਹ ਤੁਸੀਂ BC ਵਿੱਚ ਅਟਰੈਕਟ ਕਰਨੇ ਆ ਕਿ ਵੱਡੀਆਂ ਕੰਪਨੀਆਂ ਇੱਥੇ ਆ ਕੇ ਕੰਸਟਰਕਸ਼ਨ ਸਟਾਰਟ ਕਰਨ। ਕਿਉਂਕਿ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਦੀ ਜਿਹੜੀ ਇਹ ਗੱਲ ਬਹੁਤ ਲੰਮੇ ਸਮੇਂ ਤੋਂ ਕਹਿ ਰਹੇ ਆ, ਔਰ NDP ਸਰਕਾਰ ਦਾ ਇਹ ਵੀ ਇਲੈਕਸ਼ਨ ਪਲੇਟਫਾਰਮ ਸੀਗਾ ਪਿਛਲੀ ਵਾਰੀ, ਅਸੀਂ ਹਾਊਸਿੰਗ ਅਫੋਰਡੇਬਿਲਟੀ ਲੈ ਕੇ ਆਵਾਂਗੇ। ਮੈਨੂੰ ਇਹ ਕਹਿੰਦਿਆਂ ਬੜਾ ਅਫਸੋਸ ਹੁੰਦਾ ਵੀ ਐਜ਼ ਅ ਰੀਅਲਟਰ, ਮੈਂ ਕਿੱਤੇ ਵਜੋਂ ਇੱਕ ਰੀਅਲ ਸਟੇਟ ਏਜੰਟ ਹੈਗਾ, 7 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈਗਾ। ਜਿਹੜੀ ਪਿਛਲੇ 3 ਸਾਲਾਂ ਦੇ ਵਿੱਚ ਘਰਾਂ ਦੀ ਪ੍ਰਾਈਸਿਸ ਵਧੀ ਆ, ਖਾਸ ਕਰਕੇ ਜੇ ਆਪਾਂ ਸਰੀ ਜਾਂ ਸਰਾਊਂਡਿੰਗ ਏਰੀਏ ਦੀ ਗੱਲ ਕਰੀਏ, ਉਹਨੇ ਪ੍ਰਾਈਸਿਸ ਪਿਛਲੇ 16 ਸਾਲਾਂ ਦੇ ਵਿੱਚ ਜਿਹੜੇ, ਮਾਫ ਕਰਨਾ, ਸਰੀ ਦੇ ਵਿੱਚ ਨਹੀਂ ਵਧੇ ਹੈਗੇ ਜਾਂ ਸਰਾਊਂਡਿੰਗ ਏਰੀਆਜ਼ ਦੇ ਵਿੱਚ ਨਹੀਂ ਵਧੇ ਹੈਗੇ। ਸੋ ਇਹਨਾਂ ਦੀ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਦੀ ਜਿਹੜੀ ਪਲਾਨ ਸੀਗੀ ਉਹ ਕਿੱਥੇ ਗਈ? ਸਪੈਕੂਲੇਸ਼ਨ ਟੈਕਸ ਜਿਹੜਾ ਲਾਇਆ ਗਿਆ, ਫੋਰਨ ਬਾਇਰ ਟੈਕਸ ਜਿਹੜਾ ਉਹ BC ਲਿਬਰਲ ਗਵਰਨਮੈਂਟ ਵੱਲੋਂ ਲਾਇਆ ਗਿਆ, ਫਿਰ ਵੀ ਜਿਹੜੀ ਇਹ ਹਾਊਸਿੰਗ ਜਿਹੜੇ ਪ੍ਰਾਈਸਿਸ ਇਹਨਾਂ ਤੋਂ ਕੰਟਰੋਲ ਨਹੀਂ ਹੋਏ। ਉਹਦਾ ਰੀਜ਼ਨ ਔਰ ਵੱਡਾ ਕਾਰਨ ਸਿਰਫ ਇੱਕੋ ਹੀ ਸੀਗਾ ਕਿ ਇਹਨਾਂ ਨੂੰ ਅੰਡਰਸਟੈਂਡ ਹੀ ਨਹੀਂ ਹੋਇਆ ਹੈਗਾ ਵੀ ਹਾਊਸਿੰਗ ਜਿਹੜੀ ਅਫੋਰਡੇਬਲ ਕਿੱਦਾਂ ਹੋ ਸਕਦੀ ਹੈ। ਔਰ ਉਹ ਸਾਡੀ ਸਰਕਾਰ ਦਾ ਇਹ ਵਾਅਦਾ ਹੈਗਾ ਵੀ ਅਸੀਂ ਹਾਊਸਿੰਗ ਨੂੰ ਅਫੋਰਡੇਬਲ ਬਣਾਉਣਾ ਹੈਗਾ। ਔਰ ਬੀਇੰਗ ਅ ਰੀਅਲਟਰ ਮੈਂ ਤੁਹਾਨੂੰ ਉਹਦਾ ਇੱਕ ਸਪਸ਼ਟ ਤਰੀਕਾ ਦੱਸਦਾ। ਜਿਹੜੀ ਹਾਊਸਿੰਗ ਅਫੋਰਡੇਬਿਲਟੀ, ਜਿਹੜੀ ਹਾਊਸਿੰਗ ਮਾਰਕੀਟ ਹੈ, ਜਿਹੜੇ ਪ੍ਰਾਈਸਿਸ ਹੈ, ਇਹ ਸਪਲਾਈ ਤੇ ਡਿਮਾਂਡ ਦੇ ਉੱਤੇ ਨਿਰਭਰ ਕਰਦੇ ਹੈਗੇ ਆ। ਜੇ ਇਨਫ ਸਪਲਾਈ ਹੋਊਗੀ
ਤੇ ਆਪਣੀ ਜਿਹੜੀ ਪ੍ਰਾਈਜ਼ਸ ਹੈ ਆਟੋਮੈਟਿਕਲੀ ਜਿਹੜੇ ਉਹਨਾਂ ਦੇ ਥੱਲੇ ਆਣਗੇ, ਜਿਸ ਤਰ੍ਹਾਂ ਕਿ ਅਸੀਂ ICPC ਕੰਪੀਟੀਸ਼ਨ ਦੀ ਗੱਲ ਕੀਤੀ ਹੈਗੀ ਹੈ। ਸੋ ਲਿਬਰਲ ਗਵਰਨਮੈਂਟ ਦਾ ਇਹ ਵਾਅਦਾ ਹੈਗਾ ਕਿ ਅਸੀਂ ਇੱਥੇ ਇਨਫ ਜਿਹੜੀ ਉਹ ਕੰਸਟਰਕਸ਼ਨ ਕਰਾਂਗੇ। ਸਿਰਫ ਕੰਸਟਰਕਸ਼ਨ ਨਹੀਂ ਕਰਨੀ, ਉਹਦੇ ਨਾਲ ਜੋ ਜੋ ਲੋੜੀਂਦੇ ਰਿਸੋਰਸਿਸ ਹੈ, ਚਾਹੇ ਸਕੂਲਸ ਹੋ ਗਏ, ਚਾਹੇ ਪਾਰਕਸ ਹੋ ਗਏ, ਜਾਂ ਜੋ ਵੀ ਹਸਪੀਟਲ ਹੈ, ਜੋ ਵੀ ਇਨਫਰਾਸਟ੍ਰਕਚਰ ਲਈ ਹੋਰ ਚੀਜ਼ਾਂ ਚਾਹੀਦੀਆਂ, ਸੜਕਾਂ ਹੋ ਗਈਆਂ, ਬ੍ਰਿਜਿਸ ਹੋ ਗਏ, ਅਸੀਂ ਉਹਦੇ ਵਿੱਚ ਜਿਹੜੀ ਪੂੰਜੀ ਨਿਵੇਸ਼ ਕਰਨੀ ਹੈਗੀ ਆ। ਪਰ ਹਾਊਸਿੰਗ ਦੀ ਜਿਹੜੀ ਸਪਲਾਈ ਵਧਾਉਣੀ ਹੈਗੀ ਆ ਤਾਂ ਕਿ ਜਿਹੜੇ ਪ੍ਰਾਈਸਿਸ ਥੱਲੇ ਆਉਣ। ਜਿਹੜੀ NDP ਸਰਕਾਰ ਦੀ ਇਹਨਾਂ ਦੀ ਸੋਚਣੀ ਪੁੱਠੀ ਹੈਗੀ। ਇਹ ਕਹਿੰਦੇ ਜੀ ਕੰਸਟਰਕਸ਼ਨ ਰੋਕ ਦਿਓ ਸਾਰੇ ਪਾਸਿਓਂ। ਕੰਸਟਰਕਸ਼ਨ ਜਦੋਂ ਤੁਸੀਂ ਰੋਕਤੀ, ਬੰਦਾ ਤਾਂ ਇੱਥੇ ਸਰੀ ਦੇ ਵਿੱਚ ਹਰ ਮਹੀਨੇ 1000-1200 ਨਵਾਂ ਆ ਰਿਹਾ ਹੈਗਾ। ਤੁਸੀਂ ਘਰ ਬਣਾ ਰਹੇ ਹੈਗੇ ਹੋ 400-500 ਮਹੀਨੇ ਦੇ, ਉਹ ਬਾਕੀ 700 ਬੰਦਾ ਤਾਂ ਜਿਹੜਾ ਉਹ ਬੇਸਮੈਂਟਾਂ ਦੇ ਵਿੱਚ ਅਸੀਂ ਧੱਕੀ ਜਾਂਦੇ। ਬੇਸਮੈਂਟਾਂ ਦੇ ਜਿਹੜੇ ਕਿਰਾਏ ਆ ਉਹ ਵਧੀ ਜਾਂਦੇ ਆ, ਅਫੋਰਡੇਬਿਲਟੀ ਕਿੱਥੋਂ ਆਊਗੀ? ਸੋ ਇਹ ਜਿਹੜੀ ਸਰਕਾਰ ਦੀ ਸੋਚਣੀ ਵੀ ਕੰਸਟਰਕਸ਼ਨ ਰੋਕ ਦਿਓ ਤੇ ਅਸੀਂ ਜਿਹੜੀ ਨਵੇਂ ਘਰ ਘੱਟ ਬਣਾਉਣੇ ਆ, ਕੰਡੋਮੀਨੀਅਮਸ, ਟਾਊਨ ਹਾਊਸਿਸ ਘੱਟ ਬਣਾਉਣੇ ਆ, ਤਾਂ ਸਾਡੀ ਅਫੋਰਡੇਬਿਲਟੀ ਹੋਣੀ ਆ। ਇਹ ਬਿਲਕੁਲ ਰੋਂਗ ਥਿੰਕਿੰਗ ਹੈਗੀ ਆ। ਜਿਹੜੀ ਹਾਊਸਿੰਗ ਕੰਸਟਰਕਸ਼ਨ ਵਧਾਓ, ਜਿਹੜੀ ਆਪਣੀ ਵੱਧ ਤੋਂ ਵੱਧ ਜਿਹੜੀ ਇੱਥੇ ਪਰਮਿਟਸ ਜਿਹੜੇ ਇਸ਼ੂ ਹੋਣ, ਤਾਂ ਕਿ ਜਿਹੜੇ ਟ੍ਰੇਡਮੈਨ ਹੈਗੇ ਆ ਉਹਨਾਂ ਦੀ ਇਨਕਮ ਵੀ ਵਧੇ, ਜਿਹੜੇ ਉਹਨਾਂ ਦੇ EMPLOYEES ਆ ਉਹਨਾਂ ਦੀ ਇਨਕਮ ਆਟੋਮੈਟਿਕਲੀ ਵੱਧ ਜਾਣੀ ਆ। ਤੁਹਾਨੂੰ ਮਿਨੀਮਮ ਵੇਜ ਸੈਟਅਪ ਕਰਨ ਦੀ ਲੋੜ ਨਹੀਂ ਪੈਣੀ। ਜਦੋਂ EMPLOYER ਕੋਲੇ ਪੈਸੇ ਆਉਣ ਲੱਗ ਗਏ, ਉਹ ਬੜੀ ਖੁਸ਼ੀ ਦੇ ਨਾਲ ਜਿਹੜਾ ਆਪਣੇ EMPLOYE ਨੂੰ ਪੈਸੇ ਦਿੰਦਾ ਹੈਗਾ। ਮੇਰਾ ਆਪਣਾ ਜਾਤੀ ਐਕਸਪੀਰੀਅੰਸ ਹੈ। ਜਿਹੜੀ ਮੇਰੀ ਪਹਿਲੀ ਜੌਬ ਸਰੀ ਦੇ ਵਿੱਚ ਜਦੋਂ ਮੈਂ ਇੰਡੀਆ ਤੋਂ ਮੂਵ ਹੋਇਆ ਬੈਕ ਇਨ 99, ਮੈਂ ਸਿਰਫ ਤੇ ਸਿਰਫ $1200 ਗ੍ਰੋਸ ਤੋਂ ਸਟਾਰਟ ਕੀਤੀ ਸੀ। ਪਰ ਮੈਂ ਜਿਹੜਾ ਕੰਮ ਮੈਨੂੰ ਮਿਲਿਆ ਉਦੋਂ ਕੰਪਿਊਟਰ ਰਿਪੇਅਰਸ ਕਰਨ ਦਾ, ਮੈਂ ਉਹਦੇ ਵਿੱਚ ਮੇਰੇ EMPLOYER ਲਈ ਇੰਨਾ ਕੰਮ ਕੀਤਾ, ਇੰਨੀ ਇਨਕਮ ਜਨਰੇਟ ਕੀਤੀ ਕਿ ਉਹ EMPLOYER ਨੇ ਮੈਨੂੰ ਆਲਮੋਸਟ 2 ਮਹੀਨਿਆਂ ਦੇ ਵਿੱਚ ਮੇਰੀ ਸੈਲਰੀ ਜਿਹੜੀ ਉਹ 2 ਗੁਣਾ ਦੇ ਲਾਗੇ ਛਾਗੇ ਕਰਤੀ ਸੀਗੀ। ਸੋ EMPLOYER ਨੇ ਆਟੋਮੈਟਿਕਲੀ EMPLOYE ਦੀ ਸੈਲਰੀ ਵਧਾ ਦੇਣੀ ਆ। ਜਦੋਂ ਉਹਦੇ ਜੇਬ ਦੇ ਵਿੱਚ 4 ਪੈਸੇ ਵੱਧ ਆਉਣ ਲੱਗੇ, ਤੁਹਾਨੂੰ ਮਿਨੀਮਮ ਵੇਜ ਸੈਟਅਪ ਕਰਨ ਦੀ ਲੋੜ ਨਹੀਂ ਪੈਣੀ। ਤੁਸੀਂ ਤਰੀਕਾ ਇਹ ਲੱਭਣਾ ਹੈਗਾ ਵੀ ਅਸੀਂ EMPLOYER ਦੀ ਇਨਕਮ ਕਿੱਦਾਂ ਵਧਾਣੀ ਹੈਗੀ ਆ, ਅਸੀਂ ਕਿਹੜੇ ਤਰੀਕਿਆਂ ਦੇ ਨਾਲ ਇਹ ਜਿਹੜਾ ਬਿਜ਼ਨਸ ਜਿਹੜਾ ਉਹਨੂੰ ਬੂਸਟ ਕਰਨਾ ਹੈਗਾ। ਬਾਹਰਲੇ ਜਿਹੜੇ ਸੂਬਿਆਂ ਦੇ ਵਿੱਚੋਂ ਪੂੰਜੀ ਨਿਵੇਸ਼ ਹੋਵੇ ਜਾਂ ਬਾਹਰਲੇ ਮੁਲਕਾਂ ਦੇ ਵਿੱਚੋਂ ਪੂੰਜੀ ਕਿੱਦਾਂ ਨਿਵੇਸ਼ ਹੋ ਸਕਦੀ ਆ। ਅਗੇਨ ਬਾਹਰਲੇ ਮੁਲਕਾਂ ਦੇ ਵਿੱਚ ਪੂੰਜੀ ਨਿਵੇਸ਼ ਦੀ ਗੱਲ ਕਰੀਏ ਤਾਂ ਮੈਂ ਲੀਗਲ ਤਰੀਕੇ ਦੀ ਗੱਲ ਕਰਦਾ ਹੈਗਾ। ਵੀ ਕੋਈ ਉਹਦੇ ਵਿੱਚ ਗਲਤ ਤਰੀਕੇ ਦੇ ਵਿੱਚ ਇੱਥੇ ਮਨੀ ਆਵੇ, ਮੈਂ ਉਹਦੇ ਹੱਕ ਵਿੱਚ ਬਿਲਕੁਲ ਵੀ ਨਹੀਂ ਹੈਗਾ ਜੀ। ਸਹੀ ਕਿਹਾ ਤੁਸੀਂ, ਗਲਤ ਤਰੀਕੇ ਨਾਲ ਮਨੀ ਨਹੀਂ ਆਉਣੀ ਚਾਹੀਦੀ, ਮਨੀ ਲਾਂਡਰਿੰਗ ਨਹੀਂ ਹੋਣੀ ਚਾਹੀਦੀ। ਇੱਥੋਂ ਹੀ ਲੋਕਾਂ ਨੂੰ ਜਨਰੇਟ ਕਿਸ ਤਰ੍ਹਾਂ ਕਰਨੀ ਆ ਉਸ ਦੇ ਤਰੀਕੇ ਲੱਭਣੇ ਪੈਣਗੇ। ਅਗਲੇ ਸਾਡੇ ਕੋਲ 3-4 ਮਿੰਟ ਨੇ ਗੈਰੀ ਜੀ, ਕੁਇਕਲੀ 2 ਕੁਐਸਚਨ ਮੈਂ ਹੋਰ ਪੁੱਛਣਾ ਚਾਹਾਂਗੀ। ਮਹਿੰਗਾਈ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਕੁਐਸਚਨ ਆ ਕਿ ਜਿਹੜੀ ਐਜੂਕੇਸ਼ਨ ਦੀ ਕਾਸਟ ਆ ਉਹ ਵੀ ਕਾਫੀ ਵੱਧਦੀ ਜਾ ਰਹੀ ਆ, ਦਿਨ ਪਰ ਦਿਨ ਵੱਧਦੀ ਆ। ਤੇ BC ਲਿਬਰਲਸ ਜਦੋਂ ਜਸਟਿਨ ਟਰੂਡੋ ਦੀ ਸਰਕਾਰ ਬਣੀ ਸੀ, ਇਹਨਾਂ ਨੇ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ BC ਦੀ ਜਿਹੜੀ ਗ੍ਰਾਂਟ ਆ ਉਹ ਲਾਵਾਂਗੇ, ਐਜੂਕੇਸ਼ਨ ਸੇਵਿੰਗ ਗ੍ਰਾਂਟ ਜਿਹੜੀ ਲਾਵਾਂਗੇ, ਤੇ $1200 ਲਾਈ, ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ। ਪਰ ਜਿਹੜੀ ਇਹ ਗ੍ਰਾਂਟ ਆ, ਇਹ 2 ਹੋਰ ਆਪਣੇ ਪ੍ਰੋਵਿੰਸਿਸ ਵੀ ਇਹ ਗ੍ਰਾਂਟ ਦਿੰਦੇ ਆ, ਪਰ ਉਹਨਾਂ ਤੋਂ ਕਾਫੀ ਘੱਟ ਆ। ਅਗਰ ਹੁਣ ਫਿਰ ਲਿਬਰਲਸ ਅੱਗੇ ਆ ਜਾਂਦੇ ਆ ਤੇ ਕੀ ਤੁਸੀਂ ਇਸ ਗ੍ਰਾਂਟ ਨੂੰ ਵਧਾਓਗੇ, 1200 ਤੋਂ ਵਧਾ ਕੇ ਅੱਗੇ ਕਰੋਗੇ? ਕਿਉਂਕਿ ਐਜੂਕੇਸ਼ਨ ਦੀ ਕਾਸਟ ਸਾਨੂੰ ਸਾਰਿਆਂ ਨੂੰ ਪਤਾ ਬਹੁਤ ਜ਼ਿਆਦਾ ਹਾਈ ਹੈ, ਤੇ $1200 ਚਲੋ ਠੀਕ ਆ ਕਿ ਸਟਾਰਟ ਕਰਨ ਦੇ ਲਈ ਬੱਚਿਆਂ ਨੂੰ ਕੁਛ ਨਾ ਕੁਛ ਹੈਗਾ ਉਹਨਾਂ ਦੀ ਪੋਸਟ ਸੈਕੰਡਰੀ ਐਜੂਕੇਸ਼ਨ ਲਈ। ਅਗਰ ਕੋਈ RESP ਖੋਲ੍ਹਦਾ 1200 ਪ੍ਰੋਵਿੰਸ਼ੀਅਲ ਗਵਰਨਮੈਂਟ ਪਾਉਂਦੀ ਆ, ਪਰ 1200 ਇਜ਼ ਨਾਟ ਇਨਫ। ਸੋ ਤੁਹਾਡਾ ਕੀ ਵਿਚਾਰ ਆ ਕਿ ਵਧਾਉਣ ਦੇ ਕੁਛ ਚਾਂਸਿਸ ਨੇ ਅਗਰ ਤੁਸੀਂ ਹੁਣ ਫੋਰਮ ਕਰ ਲੈਂਦੇ ਹੋ ਗਵਰਨਮੈਂਟ ਫੇਅਰ? ਮੈਂ ਭੈਣ ਜੀ ਨਵੀਂ ਟੈਕਨੋਲੋਜੀ, ਨਵੇਂ ਜਿਹੜੇ ਆਪਣੇ ਆਈਡੀਆਜ਼ ਹੈਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦਾ। ਔਰ ਮੇਰਾ ਜਿਹੜਾ ਪਰਸਨਲ ਜਿਹੜਾ ਇਲੈਕਸ਼ਨ ਪਲੇਟਫਾਰਮ ਇਹੀ ਹੈ ਵੀ ਆਈ ਐਮ ਕਮਿਟਡ ਟੂ ਬ੍ਰਿੰਗ ਫਰੈਸ਼ ਆਈਡੀਆਜ਼ ਔਨ ਦਾ ਟੇਬਲ, ਹੈ ਨਾ। ਆਪਾਂ ਜਿਹੜੀ ਐਜੂਕੇਸ਼ਨ ਦੀ ਆ, ਆਪਣੀ ਓਵਰਆਲ ਕਾਸਟ ਜਿਹੜੀ, ਸਪੈਸ਼ਲੀ ਜਦੋਂ ਆਪਾਂ ਹਾਇਰ ਐਜੂਕੇਸ਼ਨ ਦੀ ਗੱਲ ਕਰੀਏ, ਉਹਨੂੰ ਕਿੱਦਾਂ ਘਟਾਇਆ ਜਾ ਸਕਦਾ ਹੈਗਾ, ਉਹਦੇ ਉੱਤੇ ਆਪਾਂ ਨੂੰ ਵਿਚਾਰ ਕਰਨ ਦੀ ਲੋੜ ਹੈਗੀ ਆ। ਕਿੱਦਾਂ ਅਸੀਂ ਆਨਲਾਈਨ ਜਿਹੜੀ ਐਜੂਕੇਸ਼ਨ ਹੈਗੀ ਆ, ਇੱਕ ਬਲੈਂਡਡ ਮਾਡਲ ਜਿਹੜਾ ਇੰਟਰੋਡਿਊਸ ਕੀਤਾ ਜਾਵੇ, ਜਿਹਦੇ ਨਾਲ ਕਿ ਜਿਹੜੀ ਇਨ ਕਲਾਸ ਇੰਸਟਰਕਸ਼ਨ ਦੀ ਜਿਹੜੀ ਕਾਸਟ ਘਟੇ, ਹੈ ਨਾ।
ਉਹਦੇ ਉੱਤੇ ਕੰਮ ਕਰਨ ਦੀ ਲੋੜ ਹੈਗੀ ਆ। ਔਰ ਮੈਂ ਇਸ ਗੱਲ ਤੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈਗਾ ਵੀ ਜੇ ਮੈਂ ਤੁਹਾਡਾ ਨੁਮਾਇੰਦਾ ਬਣ ਕੇ ਵਿਕਟੋਰੀਆ ਦੇ ਵਿੱਚ ਪਹੁੰਚਦਾ ਹੈਗਾ ਤਾਂ ਮੈਂ ਇਹਨਾਂ ਦੇ ਉੱਤੇ ਜ਼ਰੂਰ ਜਿਹੜਾ ਆਪਣਾ ਕੰਮ ਕਰੂੰਗਾ, ਆਪਣੇ ਸੁਝਾਅ ਜਿਹੜੇ ਉਹ ਮਿਨਿਸਟਰੀ ਆਫ ਐਡਵਾਂਸਡ ਐਜੂਕੇਸ਼ਨ ਨੂੰ ਜ਼ਰੂਰ ਦਿਆਂਗਾ ਕਿ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ। ਆਨਲਾਈਨ ਜਿਹੜੀ ਐਜੂਕੇਸ਼ਨ ਅੱਜ ਕੱਲ੍ਹ ਚੱਲ ਰਹੀ ਆ, ਬਹੁਤ ਸਕਸੈਸਫੁਲੀ ਚੱਲ ਰਹੀ ਹੈਗੀ ਆ। ਔਰ ਜੇ ਆਪਾਂ ਸਰੀ ਦੀ ਗੱਲ ਕਰੀਏ ਖਾਸ ਕਰਕੇ, ਤਾਂ ਸਰੀ ਦੇ ਵਿੱਚ NDP ਸਰਕਾਰ ਨੇ ਇਲੈਕਸ਼ਨਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਵੀ ਅਸੀਂ ਐਕਚੁਅਲੀ ਅਨਾਊਂਸਮੈਂਟ ਕੀਤੀ ਕਿ ਅਸੀਂ ਸਰੀ ਦੇ ਸਾਰੇ ਜਿਹੜੇ ਸਕੂਲ ਆ ਫੁੱਲ ਕਪੈਸਿਟੀ ਤੇ ਖੋਲ ਦੇਣੇ। ਔਰ ਸਾਨੂੰ ਸਕੂਲ ਬੋਰਡਸ ਨੂੰ ਫੋਰਸ ਕੀਤਾ ਗਿਆ ਵੀ ਤੁਸੀਂ ਸਾਰੇ ਜਿਹੜੇ ਸਕੂਲ ਹੈ ਉਹ ਫੁੱਲ ਕਪੈਸਿਟੀ ਦੇ ਉੱਤੇ ਖੋਲੋ। ਤੇ ਉਹਦੇ ਵਿੱਚ ਸਿਰਫ ਇੱਕੋ ਟਰਸਟੀ ਸੀਗਾ ਸਰੀ ਦੇ ਵਿੱਚ, ਗੈਰੀ ਥਿੰਦ, ਜਿਹਨੇ ਆਪਣੀ ਆਵਾਜ਼ ਇਹਦੇ ਖਿਲਾਫ ਉਠਾਈ। ਇਹ ਕਿਹਾ ਵੀ ਇਹ ਤੁਹਾਡਾ ਫੈਸਲਾ ਗਲਤ ਹੈ, ਇੱਥੇ COVID-19 ਦਾ ਗ੍ਰਾਫ ਤਾਂ ਉੱਤੇ ਜਾ ਰਿਹਾ, ਤੁਸੀਂ ਸਕੂਲ ਫੁੱਲ ਕਪੈਸਿਟੀ ਤੇ ਕਿਉਂ ਖੋਲ ਰਹੇ ਹੋ। ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਇਹ ਡੈਸਪਰੇਟ ਅਟੈਂਪਟ ਸੀਗੀ ਸਿਰਫ ਇਹ ਇਲੈਕਸ਼ਨ ਨੂੰ ਕਾਲ ਕਰਨ ਦੀ ਡਿਊਰਿੰਗ ਦੀ ਪੈਂਡੈਮਿਕ, ਵੀ ਲੋਕੀ ਕਹਿਣਗੇ ਜੇ ਸਕੂਲ ਖੁੱਲੇ ਆ ਤਾਂ ਇਲੈਕਸ਼ਨ ਕਾਲ ਹੋਗੀ, ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਜਿਹੜੀ ਇਹ ਪੈਂਡੈਮਿਕ ਦੇ ਦੌਰਾਨ ਜਿਹੜੀ ਇਹਨਾਂ ਨੇ ਇਲੈਕਸ਼ਨ ਕਾਲ ਕੀਤੀ, ਜਿਹਦੇ ਵਿੱਚ ਵਿਰੋਧੀ ਧਿਰ ਵੀ ਕਹਿ ਰਿਹਾ ਸੀ ਵੀ ਲੋੜ ਨਹੀਂ, ਤੁਹਾਡੇ ਕੋਲ 1 ਸਾਲ ਪਿਆ, ਅਗਲੇ ਸਾਲ ਅਕਤੂਬਰ ਤਾਈਂ ਪਿਆ। ਜਿਹੜਾ ਤੁਹਾਡਾ ਸਹਿਯੋਗੀ ਪਾਰਟੀ ਹੈ ਗ੍ਰੀਨ ਪਾਰਟੀ, ਉਹ ਵੀ ਕਹਿ ਰਹੀ ਹੈ ਵੀ ਸਾਡੇ ਨਾਲ ਤੁਹਾਡਾ ਰਿਟਨ ਐਗਰੀਮੈਂਟ ਹੈਗਾ ਵੀ ਤੁਸੀਂ ਇਹ ਇਲੈਕਸ਼ਨ ਨਾ ਕਾਲ ਕਰੋ, ਅਗਲੇ ਸਾਲ ਕਰਾ ਰਹੇ ਹੋ। ਫਿਰ ਵੀ ਇਹਨਾਂ ਨੇ ਸਿਰਫ ਸੱਤਾ ਦੇ ਲਾਲਚ ਦੇ ਵਿੱਚ ਆ ਕੇ ਆਪਣੇ ਸਿਰਫ ਉਹ ਗ੍ਰਾਫ ਦੇਖ ਕੇ ਵੀ ਅਸੀਂ ਰੇਟਿੰਗਸ ਦੇ ਵਿੱਚ ਹਾਈ ਹੈਗੇ ਆ, ਤੇ ਉਹਦੇ ਲਾਲਚ ਦੇ ਵਿੱਚ ਇਹਨਾਂ ਨੇ ਇਹ ਇਲੈਕਸ਼ਨ ਕਾਲ ਕਰਤੇ। ਪਰ ਮੈਨੂੰ ਲੱਗਦਾ ਨਹੀਂ ਵੀ ਜਿਹੜੀ ਜਨਤਾ ਹੈਗੀ ਆ ਉਹ ਇਹਨਾਂ ਦੇ ਜਿਹੜੇ ਮਨਸ਼ੇ ਉਹ ਪੂਰੇ ਹੋਣ ਦਊਗੀ ਜੀ। ਗੈਰੀ ਜੀ, ਕੁਐਸਚਨਸ ਤਾਂ ਹੋਰ ਵੀ ਬਹੁਤ ਨੇ, ਪਰ ਅਸੀਂ ਜਿਹੜੇ ਮੇਨ ਮੁੱਦੇ ਸੀਗੇ ਸਰੀ ਦੇ ਖਾਸ ਕਰਕੇ ਅਸੀਂ ਉਹਨਾਂ ਤੇ ਥੋੜ੍ਹੀ ਬਹੁਤ ਝਾਤ ਪਾ ਲਈ ਆ। ਮੇਰਾ ਖਿਆਲ ਆ ਕਿ ਆਈਡੀਆ ਹੋ ਗਿਆ ਹੋਵੇਗਾ ਵੋਟਰਸ ਨੂੰ ਕਿ ਲਿਬਰਲ ਪਾਰਟੀ ਕੀ ਲੈ ਕੇ ਆ ਰਹੀ ਆ, ਉਹਨਾਂ ਦੀਆਂ ਕਿਸ ਤਰ੍ਹਾਂ ਲੋੜਾਂ ਪੂਰੀਆਂ ਕਰੇਗੀ। ਅਤੇ ਹੁਣ ਵੋਟਰਸ ਦੇ ਲਈ ਥੋੜ੍ਹਾ ਈਜ਼ੀ ਹੋ ਜਾਏਗਾ ਇਹ ਜਾਣ ਕੇ ਕਿ ਵੱਖ-ਵੱਖ ਪਾਰਟੀਆਂ ਦੇ ਵਿਚਾਰ ਸੁਣ ਕੇ ਕਿ ਉਹਨਾਂ ਨੇ ਵੋਟ ਕਿਸ ਨੂੰ ਪਾਉਣੀ ਆ, ਕੌਣ ਉਹਨਾਂ ਦੀ ਸੁਣੇਗਾ ਅਤੇ ਕੌਣ ਫੋਕੇ ਵਾਅਦੇ ਕਰਕੇ ਭੁੱਲ ਜਾਏਗਾ। ਅਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਿਹੜਾ ਹੁਣ ਸਮਾਂ ਆ ਉਹ ਇਜਾਜ਼ਤ ਨਹੀਂ ਦਿੰਦਾ, ਕਿਉਂਕਿ 9:51 ਹੋ ਚੁੱਕੇ ਨੇ ਹੁਣ ਸਾਡੀਆਂ ਸਟੂਡੀਓ ਦੀਆਂ ਘੜੀਆਂ 'ਤੇ। ਛੋਟੇ ਮੋਟੇ ਹੋਰ ਵੀ ਬਹੁਤ ਸਾਰੇ ਮੁੱਦੇ ਸੀ ਜਿਨ੍ਹਾਂ 'ਤੇ ਮੈਂ ਗੱਲਬਾਤ ਕਰਨਾ ਚਾਹੁੰਦੀ ਸੀ, ਪਰ ਸਮੇਂ ਦੀ ਕਮੀ ਕਾਰਨ ਨਹੀਂ ਪੂਰੀਆਂ ਹੋ ਪਾਈਆਂ। ਪਰ ਗੈਰੀ ਜੀ, ਮੈਂ ਕੋਸ਼ਿਸ਼ ਕਰਾਂਗੀ ਕਿ ਅਸੀਂ ਫਿਰ ਆਉਣ ਵਾਲੇ ਸਮੇਂ 'ਚ ਵੀ ਸ਼ਾਇਦ ਤੁਹਾਡੇ ਨਾਲ ਗੱਲਬਾਤ ਕਰਨ ਦੀ ਪੂਰੀ ਫਿਰ ਕੋਸ਼ਿਸ਼ ਕਰਾਂਗੇ। ਅੱਜ ਦਾ ਸਮਾਂ ਕੱਢਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਵਿਸ਼ ਯੂ ਆਲ ਦ ਬੈਸਟ। ਸਤਿ ਸ਼੍ਰੀ ਅਕਾਲ। ਥੈਂਕ ਯੂ ਭੈਣ ਜੀ, ਸਤਿ ਸ਼੍ਰੀ ਅਕਾਲ। ਰੇਡੀਓ ਪੰਜਾਬ ਤੇ ਏਕਤਾ TV ਦੇ ਸਾਰੇ ਲਿਸਨਰ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸੀ ਗੈਰੀ ਥਿੰਦ, ਸਰੀ ਫਲੀਟਵੁੱਡ ਤੋਂ ਲਿਬਰਲ ਪਾਰਟੀ ਦੇ ਕੈਂਡੀਡੇਟ, ਜਿਨ੍ਹਾਂ ਨੇ ਆਪਣੇ ਵਿਚਾਰ ਜ਼ਾਹਰ ਕੀਤੇ ਕਿ ਉਹਨਾਂ ਦੀ ਪਾਰਟੀ ਅਗਰ ਸੱਤਾ ਦੇ ਵਿੱਚ ਆ ਜਾਂਦੀ ਹੈ ਤੇ ਅੱਗੇ ਆ ਕੇ ਕਿਹੜੇ ਕਦਮ ਚੁੱਕੇਗੀ, ਲੋਕਾਂ ਦੀਆਂ ਕਿਸ ਤਰ੍ਹਾਂ ਲੋੜਾਂ ਨੂੰ ਪੂਰਾ ਕਰੇਗੀ। ਪਿਛਲੇ ਕੁਝ ਦਿਨ ਪਹਿਲਾਂ ਅਸੀਂ ਰਚਨਾ ਸਿੰਘ, ਜੋ ਕਿ NDP ਦੇ ਕੈਂਡੀਡੇਟ ਨੇ ਗ੍ਰੀਨ ਟਿੰਬਰਸ ਤੋਂ, ਸਰੀ ਗ੍ਰੀਨ ਟਿੰਬਰਸ ਤੋਂ, ਉਹਨਾਂ ਦੇ ਨਾਲ ਗੱਲਬਾਤ ਕੀਤੀ। ਸੋ ਤੁਹਾਨੂੰ ਹੁਣ ਤੱਕ ਆਈਡੀਆ ਹੋ ਗਿਆ ਹੋਵੇਗਾ ਕਿ NDP ਕੀ ਪ੍ਰੋਵਾਈਡ ਕਰੇਗੀ ਅਤੇ ਲਿਬਰਲਸ ਕੀ ਪ੍ਰੋਵਾਈਡ ਕਰਨਗੇ, ਅਤੇ ਇਸ ਬੇਸ 'ਤੇ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਹੋ। ਵੋਟ ਤੁਹਾਡਾ ਆਪਣਾ ਆ, ਤੁਸੀਂ ਕਿਸ ਨੂੰ ਪਾਉਣਾ ਤੁਹਾਡਾ ਇਸ 'ਤੇ ਪੂਰਾ ਹੱਕ ਆ, ਪਰ ਤੁਹਾਨੂੰ ਇਹ ਬਿਲਕੁਲ ਘੋਖ ਲੈਣਾ ਚਾਹੀਦਾ ਕਿ ਕੌਣ ਪਾਰਟੀ ਆ ਜਿਹੜੀ ਸਾਡੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰ ਸਕਦੀ ਆ, ਉਸ ਨੂੰ ਹੀ ਵੋਟ ਪਾਉਣਾ, ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ। ਐਡਵਾਂਸ ਪੋਲਿੰਗ ਜਿਹੜੀ ਆ ਦੋਸਤੋ 15 ਤਰੀਕ ਤੋਂ 21 ਤੱਕ ਸ਼ੁਰੂ ਹੋ ਜਾਏਗੀ, ਅਤੇ ਜਿਹੜੀ ਵੋਟਿੰਗ, ਐਕਚੁਅਲ ਵੋਟਿੰਗ ਹੈਗੀ ਆ ਇਨ ਪਰਸਨ, ਉਹ ਹੋਏਗੀ ਜੀ 24 ਅਕਤੂਬਰ ਨੂੰ, ਅਤੇ ਉਸ ਤੋਂ ਬਾਅਦ ਨਤੀਜੇ ਜਲਦੀ ਆ ਜਾਣਗੇ। ਮੇਲ ਇਨ ਬੈਲਟਸ ਅਗਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ BC ਇਲੈਕਸ਼ਨ ਨੂੰ ਤੁਸੀਂ ਕਾਲ ਕਰਕੇ ਜਾਂ ਉਹਨਾਂ ਤੋਂ ਤੁਸੀਂ ਉਹਨਾਂ ਦਾ ਨੰਬਰ ਵੀ ਲੱਭ ਸਕਦੇ ਹੋ ਆਨਲਾਈਨ ਜਾ ਕੇ, ਉਹਨਾਂ ਨੂੰ ਤੁਸੀਂ ਕਾਲ ਕਰਕੇ ਉਹਨਾਂ ਤੋਂ ਮੇਲ ਇਨ ਬੈਲਟ ਵੀ ਮੰਗਵਾ ਸਕਦੇ ਹੋ। ਆਪਣਾ ਵੋਟ ਦਾ ਹੱਕ ਜ਼ਰੂਰ ਤੁਸੀਂ ਜ਼ਰੂਰ ਇਹ ਜਿਹੜਾ ਹੱਕ ਵਰਤਣਾ ਹੈ, ਕਿਉਂਕਿ ਬੜੀਆਂ ਮੁਸ਼ਕਿਲਾਂ ਦੇ ਨਾਲ ਇਹ ਜਿਹੜਾ ਵੋਟ ਪਾਉਣ ਦਾ ਹੱਕ ਆ ਸਾਨੂੰ ਇੱਥੇ ਮਿਲਿਆ ਹੈਗਾ ਕੈਨੇਡਾ ਦੇ ਵਿੱਚ। ਸੋ ਇਸ ਦਾ ਇਸਤੇਮਾਲ ਜ਼ਰੂਰ ਕਰਨਾ। ਅਤੇ ਅੱਜ ਦਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ? ਮੈਨੂੰ ਲੱਗਦਾ ਕਿ ਚੰਗਾ ਹੀ ਲੱਗਿਆ ਹੋਵੇਗਾ, ਕਿਉਂਕਿ ਹਮੇਸ਼ਾ ਸਾਰੇ ਦੋਸਤ ਬਹੁਤ ਹੀ ਧਿਆਨ ਨਾਲ ਸਾਡੀਆਂ ਸਾਰੀਆਂ ਇੰਟਰਵਿਊਜ਼ ਨੂੰ ਸੁਣਦੇ ਆ, ਸਾਰੇ ਗੈਸਟ ਨੂੰ ਬੜਾ ਪਿਆਰ ਦਿੰਦੇ ਆ, ਬੜਾ ਸਤਿਕਾਰ ਦਿੰਦੇ ਆ, ਸਾਰਿਆਂ ਦਾ ਜਿੰਨੇ ਵੀ
ਵੀ ਲਿਸਨਰਸ ਨੇ ਤੇ ਜਿੰਨੇ ਵੀ ਫੇਸਬੁੱਕ ਤੇ ਲਾਈਵ ਪ੍ਰੋਗਰਾਮ ਨੂੰ ਦੋਸਤ ਦੇਖ ਰਹੇ ਨੇ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ। ਤੇ ਹੁਣ ਅਗਲੇ ਪ੍ਰੋਗਰਾਮ ਦਾ ਸਮਾਂ ਹੋਣ ਜਾ ਰਿਹਾ। ਸਾਡੇ ਅਗਲੇ ਹੋਸਟ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਅੰਗਰੇਜ਼ ਬਰਾੜ ਜੀ, ਤੇ ਇਸ ਕਰਕੇ ਮੈਨੂੰ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਪਏਗੀ ਕਿਉਂਕਿ ਮੈਂ ਕੱਲ੍ਹ ਫਿਰ ਵਾਪਸ ਆਵਾਂਗੀ। 8 ਤੋਂ ਲੈ ਕੇ 10 ਵਜੇ ਤੱਕ ਮੇਰਾ ਪ੍ਰੋਗਰਾਮ ਹੁੰਦਾ ਦੋਸਤੋ, ਸੈਟਰਡੇ ਐਂਡ ਸੰਡੇ। ਇਸੇ ਤਰ੍ਹਾਂ ਆਪਣਾ ਪਿਆਰ ਬਰਸਾਉਂਦੇ ਰਿਹਾ ਕਰੋ, ਆਪਣਾ ਆਸ਼ੀਰਵਾਦ ਦਿੰਦੇ ਰਿਹਾ ਕਰੋ, ਤੇ ਅਸੀਂ ਤੁਹਾਡੇ ਰੂਬਰੂ ਵਧੀਆ ਤੋਂ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਰਵਾਂਗੇ। ਅੱਜ ਦਾ ਪ੍ਰੋਗਰਾਮ ਸੁਣਨ ਦੇ ਲਈ ਵੰਸ ਅਗੇਨ ਬਹੁਤ ਬਹੁਤ ਤੁਹਾਡਾ ਧੰਨਵਾਦ। ਕੱਲ੍ਹ ਨੂੰ ਫਿਰ ਮਿਲਦੇ ਹਾਂ ਜੀ। ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖਾ।